एक ਇਹੋ ਜਿਹਾ ਭਿਆਵਾ ਦੌਰ ਸੀਗਾ। मैं रिपीट करना चाहना इस गल क्योंकि थोड़ा संबंध रखती है इस गल के। ये ਇਹੋ ਜਿਹਾ ਭਿਆਵਾ ਦੌਰ ਸੀਗਾ ਜਿਹਦੇ ਵਿੱਚ ਭਰਾ ਭਰਾ ਨਾਲ, ਪਿਓ ਪੁੱਤ ਨਾਲ, ਮਾਂ ਪੁੱਤ ਦਾ ਰਿਸ਼ਤਾ ਵੀ ਵੱਖਰਾ ਵੱਖਰਾ ਹੋ ਗਿਆ ਸੀ। ਤਾਂ ਉਸ ਦੌਰਾਨ ਸਮਾਜ ਸੇਵੀ ਸੰਸਥਾਵਾਂ ਜਿੰਨੀਆਂ ਸੀ ਬਠਿੰਡਾ ਦੀਆਂ, ਈਵਨ ਡਾਕਟਰਸ ਜਿਹੜੇ ਸੀਗੇ ਉਹਨਾਂ ਨੇ ਵੀ ਆਪਦੇ ਅਦਾਰੇ ਬੰਦ ਕਰ ਰੱਖੇ ਸੀਗੇ। ਤੇ ਉਦੋਂ ਸਮਾਜ ਸੇਵੀ ਸੰਸਥਾਵਾਂ ਨੇ ਅੱਗੇ ਆ ਕੇ ਇੱਕ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ, ਇੱਕ ਮੀਟਿੰਗ ਕੀਤੀ ਜਿਹਦੇ ਵਿੱਚ ਇਹ ਕਿਹਾ ਗਿਆ ਵੀ ਆਪਾਂ ਨੂੰ ਸ਼ਹਿਰ ਵਾਸਤੇ, ਸਮਾਜ ਵਾਸਤੇ ਕੁਝ ਉਪਰਾਲਾ ਕਰਨਾ ਚਾਹੀਦਾ। ਤਾਂ ਫਿਰ ਉਸ ਵੇਲੇ ਦੇ ਮੌਜੂਦਾ ਐਮਐਲਏ ਸਾਡੇ ਐਫਐਮ ਸਾਹਿਬ ਮਨਪ੍ਰੀਤ ਬਾਦਲ ਜੀ, ਉਹਨਾਂ ਨੂੰ ਜਦੋਂ ਮੁਲਾਕਾਤ ਕੀਤੀ ਉਹਨਾਂ ਨਾਲ, ਤਾਂ ਉਹਨਾਂ ਨੇ ਬੜੀ ਖੁਸ਼ੀ ਨਾਲ ਸਾਨੂੰ ਕਿਹਾ ਵੀ ਤੁਸੀਂ ਐਫਰਟ ਕਰੋ, ਮੈਂ ਤੁਹਾਡੇ ਨਾਲ ਹਾਂ, ਮੈਂ ਤੁਹਾਨੂੰ ਜੋ ਚਾਹੀਦਾ ਉਹ ਪ੍ਰੋਵਾਈਡ ਕਰਵਾਊਂਗਾ, ਪਰ ਲੋਕਾਂ ਦੀਆਂ ਜਾਨਾਂ ਤੁਸੀਂ ਬਚਾਓ। ਔਰ ਅਸੀਂ ਉਸ ਉਪਰਾਲੇ ਨੂੰ ਅੱਗੇ ਵਧਾਉਂਦੇ ਹੋਏ ਜਦੋਂ ਇੱਕ ਇਤਿਹਾਸ ਰਚਿਆ ਉੱਥੇ, ਉਹ ਇਤਿਹਾਸ ਕੀ ਸੀਗਾ, ਨਾਨ ਪ੍ਰੋਫੈਸ਼ਨਲ ਬੰਦਿਆਂ ਨੇ ਇੱਕ ਹਸਪਤਾਲ ਖੋਲ੍ਹਿਆ ਮੈਰੀਟੋਰੀਅਸ ਸਕੂਲ ਦੇ ਵਿੱਚ। ਉਹ ਹਸਪਤਾਲ ਲੈਵਲ 2 ਦਾ ਸ਼ੁਰੂ ਹੋ ਕੇ ਲੈਵਲ 3 ਤੱਕ ਅੱਗੇ ਵਧਿਆ, ਜਿਹਦੇ ਵਿੱਚ 300 ਤੋਂ ਵੱਧ ਅਸੀਂ ਜਾਨਾਂ ਬਚਾਈਆਂ ਔਰ ਲੋਕਾਂ ਦਾ ਇਸ ਤਰੀਕੇ ਨਾਲ ਇਲਾਜ ਹੋਇਆ ਵੀ ਸਾਡੇ ਹਸਪੀਟਲ ਦੇ ਵਿੱਚ ਇੱਕ ਸਿੰਗਲ ਵੀ ਕੈਜੂਅਲਟੀ ਨਹੀਂ ਹੋਈ। ਔਰ ਇਹ ਜਿਹੜਾ ਸੀਗਾ ਸਾਰਾ ਜਿਹੜਾ ਸਹਿਯੋਗ ਸੀਗਾ, ਸਰਕਾਰ ਨੇ ਜੋ ਸਾਨੂੰ ਫਾਈਨਾਂਸ ਦਿੱਤਾ ਉਹਦਾ, ਸ਼ਹਿਰ ਦੇ ਲੋਕਾਂ ਦਾ, ਸ਼ਹਿਰ ਦੇ ਡਾਕਟਰਾਂ ਦਾ, ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦਾ, ਇਹ ਸਾਰਿਆਂ ਦਾ ਰਲ ਮਿਲਣਾ ਇੱਕ ਉਪਰਾਲਾ ਸੀਗਾ। ਔਰ ਇਸ ਉਪਰਾਲੇ ਨੂੰ ਬਾਖੂਬੀ ਆਪਾਂ ਅੰਜਾਮ ਦਿੱਤਾ ਔਰ ਲੋਕਾਂ ਦੀ ਬਹੁਤ ਵਧੀਆ ਸੇਵਾ ਉਹਦੇ ਵਿੱਚ ਹੋਈ। ਔਰ ਉਸ ਨੂੰ ਅੱਗੇ ਵਧਾ ਕੇ ਅਸੀਂ, ਤੁਸੀਂ ਇਹ ਵੇਖੋ 300 ਬੰਦੇ ਦਾ ਉੱਥੇ ਇਲਾਜ ਹੋਇਆ, 300 ਤੋਂ ਬਾਅਦ 2500 ਬੰਦੇ ਦੀ ਉੱਥੇ ਓਪੀਡੀ ਹੋਈ। ਔਰ ਉਸ ਤੋਂ ਬਾਅਦ ਉਹਨੂੰ ਵਧਾਇਆ ਕਿ ਡੇਂਗੂ ਸੈਂਟਰ ਦੇ ਵਿੱਚ ਵੀ ਅਸੀਂ ਇਹਨੂੰ ਚਲਾਇਆ, ਉਹਦੇ ਵਿੱਚ ਵੀ ਦਾਖਲ ਕਰਕੇ 300 ਪਲੱਸ ਪੇਸ਼ੈਂਟ ਅਸੀਂ ਉੱਥੇ ਇਲਾਜ ਕਰਾਇਆ, 3000 ਬੰਦੇ ਦੀ ਉੱਥੇ ਵੀ ਓਪੀਡੀ ਹੋਈ। ਔਰ ਇੰਨੇ ਬੰਦਿਆਂ ਦਾ ਇਲਾਜ ਕਰਾਉਣ ਤੋਂ ਬਾਅਦ ਅਸੀਂ ਜਿਹੜਾ ਸੀਗਾ ਅੱਜ ਫੇਰ ਸਵਾਲਾਂ ਦੇ ਕਟਘਰੇ 'ਚ ਖੜੇ ਹਾਂ। ਤਾਂ ਇਹ ਜਿਹੜਾ ਹੈਗਾ ਸਾਨੂੰ ਲੱਗ ਰਿਹਾ ਵੀ ਸਾਨੂੰ ਇੱਥੇ ਆਉਣਾ ਤਾਂ ਨਹੀਂ ਚਾਹੀਦਾ ਸੀਗਾ, ਪਰ ਸਮਾਜ ਨੇ, ਜਿਨ੍ਹਾਂ ਨੇ ਸਾਨੂੰ ਮਦਦ ਕਰੀ ਹੈ, ਜਿਨ੍ਹਾਂ ਨੇ ਸਾਡੇ ਨਾਲ ਖੜ ਕੇ ਸਾਨੂੰ ਕਿਹਾ ਵੀ ਤੁਸੀਂ ਸਾਡੇ ਲਈ ਕੁਝ ਕਰੋ, ਸਮਾਜ ਲਈ ਕੁਝ ਕਰੋ, ਤਾਂ ਉਹਨਾਂ ਦੀ ਜਵਾਬਦਾਰੀ ਸਾਡੀ ਬਣਦੀ ਸੀ। ਇਸ ਕਰਕੇ ਅੱਜ ਅਸੀਂ ਆਏ ਹਾਂ, ਕਿਉਂਕਿ ਕਿਤੇ ਵੀ ਇੱਕ ਸਿੰਗਲ ਪੈਸੇ ਦਾ ਕੋਈ ਇੱਧਰ ਉੱਧਰ ਦਾ ਹਿਸਾਬ ਨਹੀਂ ਹੈਗਾ, ਟੋਟਲੀ ਬਲੈਕ ਐਂਡ ਵਾਈਟ ਦੇ ਵਿੱਚ ਸਿਸਟਮ ਹੈ ਸਾਰਾ। ਕਿਤੇ ਵੀ ਤੁਸੀਂ ਕੋਈ ਵੀ ਸਵਾਲ ਸਾਨੂੰ ਪੁੱਛੋਗੇ, ਤੁਹਾਨੂੰ ਹਰ ਗੱਲ ਦਾ ਉਹਦਾ ਜਵਾਬ ਮਿਲੇਗਾ, ਕੋਈ ਕਿਤੇ ਵੀ ਕਿੰਤੂ ਪਰੰਤੂ ਨਹੀਂ ਹੈਗਾ। ਤੇ ਮੈਂ ਪਹਿਲਾਂ ਤਾਂ ਇੱਕ ਸਵਾਲ ਆਇਆ ਸੀਗਾ ਵਿੱਚ ਵੀ ਡਾਕਟਰਸ ਨੇ ਫ੍ਰੀ ਦੇ ਵਿੱਚ ਸੇਵਾ ਕੀਤੀ, ਡਾਕਟਰਸ ਨੂੰ ਕੁਛ ਨਹੀਂ ਦਿੱਤਾ ਗਿਆ। ਇਹ ਸਾਡੇ ਨਾਲ ਡਾਕਟਰ ਸਾਹਿਬ ਬੈਠੇ ਨੇ, ਡਾਕਟਰ ਗਗਨ, ਇਹ ਡਾਕਟਰ ਅਤਿਨ ਵੀ ਆਏ ਨੇ ਸਾਡੇ ਨਾਲ, ਤੇ ਇਹ ਦੋ ਐਕਸਪਰਟ ਡਾਕਟਰ ਨਾਲ, ਇਹਨਾਂ ਦੇ 2-3 ਡਾਕਟਰ ਹੋਰ ਵੀ ਸੀਗੇ ਉਸ ਵੇਲੇ ਜਦੋਂ ਆਉਂਦੇ ਸੀਗੇ। ਉਹਨਾਂ ਐਕਸਪਰਟ ਡਾਕਟਰਸ ਦਾ ਇੱਕ ਇਹ ਹੁੰਦਾ ਸੀਗਾ ਵੀ ਇਹਨਾਂ ਨੇ ਆ ਕੇ, ਜਿਹੜੇ ਡਾਕਟਰ ਉੱਥੇ ਅਸੀਂ ਹਾਇਰ ਕੀਤੇ ਹੋਏ ਸੀਗੇ, ਜਿਹੜੇ ਸੇਵਾਵਾਂ ਲਈ ਉਹਨਾਂ ਨੂੰ ਰੱਖਿਆ ਗਿਆ ਸੀਗਾ ਵੀ ਤੁਸੀਂ ਦਿਨ ਰਾਤ ਇੱਥੇ ਸੇਵਾ ਕਰਨੀ ਹੈ, ਉਹਨਾਂ ਨੂੰ ਇਹਨਾਂ ਦੀ ਗਾਈਡੈਂਸ ਮਿਲਦੀ ਹੁੰਦੀ ਸੀ। ਉਹਦੇ ਬਾਰੇ ਇਹ ਤੁਹਾਨੂੰ ਜਾਣਨ ਕਰਾਉਣਗੇ ਵੀ ਦੱਸੋ ਜੀ ਡਾਕਟਰ ਸਾਹਿਬ ਪਲੀਜ਼। ਹਾਂਜੀ, ਸਭ ਤੋਂ ਪਹਿਲਾਂ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦੇ ਆਉਣ ਲਈ। ਤਾਂ ਬੜੀ ਹੈਰਾਨੀ ਹੋ ਰਹੀ ਹੈ ਵੀ ਇਹ ਕੰਟਰੋਵਰਸੀ ਕਿਉਂ ਹੋਈ। ਇਹ ਬਹੁਤ ਹੀ ਵਧੀਆ ਉਪਰਾਲਾ ਸੀ, ਜਿੰਨੀ ਸਾਡੀ ਨੌਲੇਜ ਹੈਗੀ ਹੈ ਐਫਐਮ ਸਾਹਿਬ ਨੇ ਮਿਲ ਕੇ ਤੇ ਸਾਰੀਆਂ ਸੁਸਾਇਟੀਆਂ ਦੀ ਹੈਲਪ ਨਾਲ ਜਿਹੜਾ ਇਹ ਸ਼ੁਰੂ ਕੀਤਾ ਸੀ। ਇਹ ਪੰਜਾਬ ਛੱਡੋ ਪੂਰੇ ਹਿੰਦੁਸਤਾਨ 'ਚ ਕਿਤੇ ਵੀ ਇਸ ਤਰ੍ਹਾਂ ਦਾ ਉਪਰਾਲਾ ਸਟਾਰਟ ਨਹੀਂ ਹੋਇਆ ਸੀ, ਜਿਹੜਾ ਕਿ ਲੈਵਲ 2 ਤੇ ਬਾਅਦ 'ਚੋਂ ਲੈਵਲ 3 'ਚ ਕਨਵਰਟ ਹੋ ਗਿਆ ਸੀ, ਜਿੱਥੇ ਵੈਂਟੀਲੇਟਰ ਵੀ ਸੀ ਤੇ ਹਰ ਤਰ੍ਹਾਂ ਦੀ ਪੇਸ਼ੈਂਟ ਦਾ ਇਲਾਜ, ਦਵਾਈਆਂ, ਵੈਂਟੀਲੇਟਰ ਸਪੋਰਟ, ਖਾਣਾ, ਹਰ ਪੇਸ਼ੈਂਟ ਨੂੰ ਹਰ ਚੀਜ਼ ਮੁਫਤ ਮਿਲਦੀ ਸੀ ਤੇ ਬਹੁਤ ਹੀ ਲੋਕਾਂ ਦੀ ਜਾਨ ਬਚੀ। 5-6 ਪੇਸ਼ੈਂਟ ਤਾਂ ਮੇਰੀ ਨੌਲੇਜ ਵਿੱਚ ਵੀ ਹੈਗੇ ਨੇ ਜਿਹੜੇ ਬਾਕੀ ਹਸਪਤਾਲਾਂ 'ਚ ਜਿਨ੍ਹਾਂ ਨੇ 3-4 ਲੱਖ ਰੁਪਏ ਦਾ ਖਰਚਾ ਦੱਸਦਾ ਸੀ, ਉਹ ਬਾਅਦ ਜਾ ਕੇ ਇੱਥੇ ਐਡਮਿਟ ਹੋ ਕੇ ਵੈਂਟੀਲੇਟਰ ਤੇ ਪਾ ਕੇ ਬਚ ਕੇ ਵਾਪਸ ਆਏ ਸੀ। ਤੇ ਜਿੰਨੀ ਕੁ ਸਾਡੀ ਨੌਲੇਜ ਹੈ, ਇੱਕ ਵੀ ਪੈਸੇ ਦੀ ਇੱਧਰ ਉੱਧਰ ਕੋਈ ਹੇਰ-ਫੇਰ ਨਹੀਂ ਹੋਈ। ਡਾਕਟਰ ਅਤਿਨ ਤੇ ਮੈਂ ਜਾਂਦੇ ਸੀ, ਅਸੀਂ ਜਿਹੜੀ ਜੂਨੀਅਰ ਟੀਮ ਹੈ, ਜਿਹੜੇ ਡਾਕਟਰਸ ਇਹਨਾਂ ਨੇ ਹਾਇਰ ਕੀਤੇ ਸੀ, ਜਿਹੜਾ ਪੈਰਾਮੈਡੀਕਲ ਸਟਾਫ ਹਾਇਰ ਕੀਤਾ ਸੀ, ਅਸੀਂ ਉਹਨਾਂ ਨੂੰ ਗਾਈਡ ਕਰਦੇ ਸੀ। ਤੇ ਅਸੀਂ ਤਾਂ ਐਜ਼ ਏ ਜਸਟ ਕਰਸੀ ਮੈਂਬਰ, ਐਜ਼ ਏ ਕਿਉਂਕਿ ਬਹੁਤ ਇੰਸਪਾਇਰਿੰਗ ਜਿਹੜਾ ਹੈਗਾ ਉਪਰਾਲਾ ਸੀ, ਤਾਂ ਅਸੀਂ ਤਾਂ ਬੜਾ ਮਤਲਬ ਬੜੇ ਅਸੀਂ ਵੱਧ ਚੜ ਕੇ ਖੁਸ਼ ਹੋ ਕੇ ਪੂਰਾ ਅਸੀਂ ਆਪਣੀ
ਸੇਵਾਵਾਂ ਜਿਹੜੀ ਹੈਗੀਆਂ ਉੱਥੇ ਕੰਟਰੀਬਿਊਟ ਕੀਤੀ ਹੈ ਤੇ ਬਹੁਤ ਲੋਕਾਂ ਨੇ ਇਹਦਾ ਫਾਇਦਾ ਉਠਾਇਆ ਤੇ ਵੀ ਆਰ ਸ਼ੋਰ ਇਕੱਲੇ ਪੰਜਾਬ ਦਾ ਨਹੀਂ, ਹਿੰਦੁਸਤਾਨ ਦਾ ਇਹ ਪਹਿਲਾ ਉਪਰਾਲਾ ਸੀ ਜਿਹੜੇ ਕੋਵਿਡ ਵੇਲੇ ਦਿੱਲੀ ਤੱਕ ਦੇ ਲੋਕਾਂ ਨੂੰ ਦਿੱਲੀ ਭਰ ਗਈ ਸੀ, ਬੈੱਡ ਨਹੀਂ ਮਿਲਦਾ ਸੀ, 10-10 ਲੱਖ ਰੁਪਏ ਡਾਕਟਰ ਜਿਹੜੇ ਹੈਗੇ ਆ ਡਿਮਾਂਡ ਕਰਨ ਲੱਗੇ ਸੀ, ਤਾਂ ਵੀ ਇੰਨੀ ਜ਼ਿਆਦਾ ਕਿੱਲਤ ਆਈ ਸੀ। ਤੇ FM ਸਾਹਿਬ ਤੇ ਉਹਨਾਂ ਦੀ ਟੀਮ ਨੇ ਤੇ ਬਠਿੰਡੇ ਸਾਰੀ ਸੁਸਾਇਟੀਜ਼ ਨੇ ਮਿਲ ਕੇ, ਅਸੀਂ ਸਾਰਿਆਂ ਨੇ ਮਿਲ ਕੇ ਜਿਹੜਾ ਇਹ ਕੀਤਾ ਤੇ ਮਰੀਜ਼ਾਂ ਦਾ ਇੱਕ ਵੀ ਪੈਸਾ, ਕੋਈ ਵੀ ਬੰਦਾ, ਕੋਈ ਵੀ ਮਰੀਜ਼ 2500 OPD 300 ਮਰੀਜ਼ ਜਿਹੜਾ ਬੱਚਾ ਹੈ ਆ ਕੇ ਕਹਿ ਦੇ ਵੀ ਸਾਡਾ ਇੱਕ ਪੈਸਾ ਵੀ ਲੱਗਿਆ, ਅਸੀਂ ਜਵਾਬ ਦੇ। ਔਰ ਇਹ ਸਾਰਾ ਜਿਹੜਾ ਸੀਗਾ ਪ੍ਰਸ਼ਾਸਨ ਦੀ ਦੇਖ ਰੇਖ ਦੇ ਵਿੱਚ ਹੋਇਆ। DC ਸਾਹਿਬ, ਤਹਿਸੀਲਦਾਰ ਸਾਹਿਬ, CMO ਸਾਹਿਬ, ਇਹ ਸਾਰੇ ਇਹਨਾਂ ਦੀ ਸੁਪਰਵਿਜ਼ਨ ਦੇ ਵਿੱਚ ਸਾਰੀਆਂ ਚੀਜ਼ਾਂ ਹੋਈਆਂ ਨੇ ਔਰ ਅਸੀਂ ਤੇ ਸਿਰਫ ਸਾਰੀਆਂ NGOs ਨੇ ਮਿਲ ਕੇ ਉੱਥੇ ਇੱਕ ਸੇਵਾ ਕੀਤੀ ਹੈ। ਮਤਲਬ ਕੋਵਿਡ ਦੇ ਟਾਈਮ ਅਸੀਂ ਖੁਦ, ਸਾਡੇ ਕੋਲ ਵੀ ਉਸ ਤਰ੍ਹਾਂ ਪੂਰੀ ਪੀਕ ਸੀ, ਮਤਲਬ ਅਸੀਂ ਸਾਰੇ ਬਿਨਾਂ ਕੋਈ ਡਰ, ਸਾਰੇ ਜਿਹੜੇ ਮੈਂਬਰਸ ਹੈਗੇ ਆ, ਸੁਸਾਇਟੀ ਹੈਗੀ ਹੈ, ਈਵਨ ਮਨਪ੍ਰੀਤ ਜੀ ਵੀ, ਜੋਲ ਸਾਹਿਬ ਵੀ, ਅਸੀਂ ਸਾਰੇ ਆਪ ਉੱਥੇ ਐਕਟਿਵ ਪਾਰਟਿਸਪੇਟ ਕਰਦੇ ਸੀ। ਮੈਨੂੰ ਯਾਦ ਹੈ 3-3 ਵਾਰੀ ਉੱਥੇ ਰਾਉਂਡ ਹੁੰਦੇ ਸੀ, ਜੋਲ ਸਾਹਿਬ 12 ਵਜੇ ਆਉਂਦੇ ਸੀ ਰਾਤੀ, ਇਹ ਸਾਰੇ ਮੈਂਬਰਸ ਆਉਂਦੇ ਸੀ, ਪੂਰਾ ਇਹਨੂੰ ਡੈਡੀਕੇਟਡਲੀ ਪੂਰੀ ਬਿਨਾਂ ਕੋਈ ਮੋਟਿਵ ਜਿਹੜਾ ਹੈਗਾ ਉਪਰਾਲਾ ਹੋਇਆ ਸੀ। ਕਿੰਨੇ ਡਾਕਟਰਾਂ ਨੇ ਸੇਵਾਵਾਂ ਦਿੱਤੀਆਂ ਉੱਥੇ ਸਾਡੇ ਕੋਲੇ 7 ਡਾਕਟਰ ਸੀਗੇ, 16 ਨਰਸਿਸ ਸੀਗੇ, ਨਰਸਿੰਗ ਸਟਾਫ ਸੀਗਾ, 8 ਸਾਡੇ ਕੋਲੇ ਵਾਰਡ ਬॉय ਸੀਗੇ, 8 ਸਾਡੇ ਕੋਲੇ ਜਿਹੜਾ 4th ਕਲਾਸ EMPLOYE ਸੀਗੇ, 4 ਸਾਡੇ ਕੋਲੇ ਫਾਰਮਾਸਿਸਟ ਸੀਗੇ ਤੇ ਇੱਕ ਐਕਸਰੇ ਮੈਨ ਸੀ ਔਰ 2 ਲੈਬ ਟੈਕਨੀਸ਼ੀਅਨ ਸੀਗੇ। ਇਹ ਸਾਰਾ ਸਟਾਫ ਸੀਗਾ ਸਾਡੇ ਕੋਲ। ਸੈਲਰੀ ਤਾਂ ਸੀ ਇਹ ਮਾਣ ਭੱਤਾ ਦਿੱਤਾ ਸੀ ਇਹਨਾਂ ਨੂੰ, ਆਪਾਂ ਸੈਲਰੀ ਨਹੀਂ ਦੇ ਸਕਦੇ ਸੀਗੇ, ਮਾਣ ਭੱਤਾ ਇਹਨਾਂ ਨੂੰ ਦਿੱਤਾ ਸੀਗਾ, ਜੋ ਮਿਨੀਮਮ ਟੂ ਮਿਨੀਮਮ ਬਣਦਾ ਸੀ ਉਸ ਵੇਲੇ, ਉਹ ਮਾਣ ਭੱਤਾ ਉਹਨਾਂ ਨੂੰ ਦਿੱਤਾ ਸੀ। ਮਾਣ ਪੱਤਾ ਫਿਰ ਇਹ ਤੁਸੀਂ ਜਿਹੜੀ ਸਰਕਾਰ ਨੂੰ ਗ੍ਰਾਂਟ ਮਿਲੀ ਸੀ ਉਸ ਨੂੰ ਦਿੱਤਾ ਜੀ? ਉਸੇ 'ਚੋਂ ਦਿੱਤਾ ਜਾਣਾ ਸੀ, ਹੁਣ ਹੋਰ ਤਾਂ ਕਿੱਥੋਂ ਦੇ ਸਕਦੇ। ਜਿਹੜਾ ਸਵਾਲ ਉੱਠ ਰਿਹਾ 18 ਲੱਖ ਕੁਝ ਸੈਲਰੀ ਦਿੱਤੀ ਗਈ ਡਾਕਟਰ ਨੂੰ, ਉਹੀ ਹੈ? ਹਾਂਜੀ ਬਿਲਕੁਲ ਉਹੀ। ਇਸ ਸਾਹਿਬ ਕਹਿੰਦੇ ਵੀ ਦੇ ਨਹੀਂ ਸਕਦੇ ਸੀ ਮਾਲ। ਦੇਖੋ ਇਹ ਤਾਂ ਉਸ ਵੇਲੇ ਇੱਕ ਜਿਹੜੀ ਸਮੇਂ ਦੀ ਮੰਗ ਸੀਗੀ, ਉਹ ਇਹ ਸੀ ਵੀ ਬੰਦਿਆਂ ਦੀਆਂ ਜਾਨਾਂ ਬਚਾਉਣੀਆਂ ਇੱਕ ਜ਼ਰੂਰੀ ਸੀਗਾ, ਨਾ ਕਿ ਇਹ ਰੂਲਸ ਐਂਡ ਰੈਗੂਲੇਸ਼ਨਸ ਨੂੰ ਦੇਖਣਾ। ਪਹਿਲੀ ਗੱਲ ਤਾਂ ਇਹ ਸੀ। ਦੂਸਰੀ ਗੱਲ ਇਹ ਵੀ ਸੀ, ਨਾ ਹੀ ਸਾਨੂੰ ਕੋਈ ਗਾਈਡਲਾਈਨ ਦਿੱਤੀ ਗਈ, ਸਾਨੂੰ ਕੋਈ ਲੈਟਰ ਇਸ਼ੂ ਨਹੀਂ ਹੋਇਆ ਵੀ ਤੁਸੀਂ ਇਹਨਾਂ ਧਾਰਾਵਾਂ ਦੇ ਅਧੀਨ ਕੰਮ ਕਰਨਾ, ਤੁਸੀਂ ਆਹ ਚੀਜ਼ਾਂ ਕਵਰ ਕਰਨੀਆਂ, ਆਹ ਚੀਜ਼ਾਂ ਨਹੀਂ ਕਰਨੀਆਂ। ਸਾਨੂੰ ਕਿਸੇ ਚੀਜ਼ ਦਾ ਕੋਈ ਇਲਮ ਨਹੀਂ ਸੀਗਾ, ਨਾ ਹੀ ਦੱਸਿਆ ਗਿਆ ਸਾਨੂੰ। ਸਿਰਫ ਇੱਕ ਚੈੱਕ ਦਿੱਤਾ ਗਿਆ ਸੀਗਾ, ਉਹ ਚੈੱਕ ਜਿਹੜਾ ਸੀ ਅਕਾਊਂਟ ਵਿੱਚ ਜਾ ਕੇ ਅਕਾਊਂਟ ਰਾਹੀਂ ਅਸੀਂ ਸਾਰੀਆਂ ਟ੍ਰਾਂਜੈਕਸ਼ਨਸ ਕੀਤੀਆਂ। ਮੈਂ ਜੀ ਇਹੀ ਕਹਿ ਰਿਹਾ, ਸਵਾਲ ਹੀ ਇਹ ਕਹਿੰਦੇ ਆ ਵੀ ਉਸ ਫੰਡ ਦੇ ਵਿੱਚੋਂ ਆਪਾਂ ਡਾਕਟਰ ਸਾਹਿਬ ਦੀ ਪੇ ਨਹੀਂ ਦੇ ਸਕਦੇ ਸੀਗੇ। ਸਵਾਲ ਹੀ ਇਹ ਹੈ ਕਿ DC ਸਾਹਿਬ ਉਹ ਦੇਖੋ ਉਹਦਾ ਵੀ ਮੈਂ ਨਾ ਥੋੜਾ ਜਿਹਾ ਸਪੋਰਟ ਕਰਨਾ ਚਾਹੁੰਦਾ ਇਸ ਗੱਲ ਤੇ। ਜਿਹੜੀ ਗੱਲ ਤੁਸੀਂ ਕਹੀ ਹੈ ਨਾ ਵੀ ਆਪਾਂ ਨਹੀਂ ਦੇ ਸਕਦੇ ਸੀ, ਆਪਾਂ ਨਹੀਂ ਦਿੱਤੀ ਗਈ ਐਕਚੁਅਲੀ। ਜਿਹੜੇ ਮੇਰੀ ਨੇ ਹੁਣੇ ਜਿਹੜਾ ਸਟਾਫ ਦੱਸਿਆ ਉਹਦੇ ਵਿੱਚ 7 ਸੁਪਰ ਸਪੈਸ਼ਲਿਸਟ ਡਾਕਟਰਾਂ ਦੀ ਹਾਲੇ ਗੱਲ ਨਹੀਂ ਕੀਤੀ। 7 ਸੁਪਰ ਸਪੈਸ਼ਲਿਸਟ ਡਾਕਟਰ ਦੇ ਵਿੱਚ ਡਾਕਟਰ ਗਗਨ, ਮੈਂ ਆਪਣੇ ਆਪ ਡਾਕਟਰ ਅਤਿਨ, ਠੀਕ ਹੈ, ਡਾਕਟਰ ਰੋਹਿਤ ਬਾਂਸਲ, ਡਾਕਟਰ ਜੌਨਪਾਲ, ਡਾਕਟਰ JB, ਡਾਕਟਰ ਤਨੇਜਾ, ਡਾਕਟਰ ਅਮਿਤ ਤਨੇਜਾ ਤੇ ਇੱਕ ਹੋਰ ਸਾਥੀ ਸੀ ਸਾਡਾ। ਅਸੀਂ 7 ਬੰਦਿਆਂ ਨੇ ਰਾਉਂਡ ਦੀ ਕਲੌਕ ਇੱਕ ਰੋਸਟਰ ਬਣਾ ਕੇ, ਕਿਉਂਕਿ ਅਸੀਂ ਸਾਰੇ ਜਣੇ ਇੱਕ ਦਿਨ ਨਹੀਂ ਆ ਸਕਦੇ, ਜੇ ਸਾਰੇ ਇੱਕ ਦਿਨ ਆਉਂਦੇ ਤਾਂ ਕੋਈ ਮਤਲਬ ਨਹੀਂ ਸੀਗਾ, ਤਾਂ ਅਸੀਂ ਆਪਣੀ ਡਿਊਟੀਆਂ ਵੰਡੀਆਂ ਵੀ ਇੱਕ ਦਿਨ ਦੇ ਵਿੱਚ ਅਸੀਂ 2 ਜਣੇ ਆਵਾਂਗੇ, ਹਫਤੇ ਦੇ ਵਿੱਚ 2 ਜਣੇ ਅਸੀਂ ਆ ਰਹੇ ਸੀ। ਜਿਵੇਂ ਮੈਨੂੰ ਆਪ ਦਾ ਪਤਾ, ਮੇਰੀ ਡਿਊਟੀ ਮੰਡੇ ਤੇ ਥਰਸਡੇ ਸੀ, ਤੇ ਮੰਡੇ ਤੇ ਥਰਸਡੇ ਸਵੇਰੇ ਤੇ ਸ਼ਾਮ ਮੈਂ ਤੇ ਡਾਕਟਰ ਰੋਹਿਤ ਅਸੀਂ ਇਕੱਠੇ ਆਉਂਦੇ ਸੀ। ਉਵੇਂ ਟਿਊਜ਼ਡੇ ਨੂੰ 2 ਡਾਕਟਰ ਆਉਂਦੇ ਸੀ, ਵੈਡਨਸਡੇ ਨੂੰ 2 ਡਾਕਟਰ ਆਉਂਦੇ ਸੀ, ਸੰਡੇ ਅਸੀਂ ਰੋਟੇਸ਼ਨ ਰੱਖਿਆ ਹੋਇਆ ਸੀ। ਸਾਡਾ ਆਹ ਪਰਪਸ ਸੀਗਾ ਤੇ ਅਸੀਂ ਇੱਕ ਬਿਲਕੁਲ ਕਲੀਅਰ ਸੀਗਾ, ਕਿਉਂਕਿ ਦੇਖੋ ਪੈਸਾ ਤਾਂ ਅਸੀਂ ਆਪਦੇ ਹਸਪਤਾਲਾਂ 'ਚ ਹੀ ਕਮਾ ਰਹੇ ਸੀਗੇ, ਸਾਨੂੰ ਪੈਸੇ ਦੀ ਤਾਂ ਲੋੜ ਹੀ ਨਹੀਂ ਸੀ, ਕਿਉਂਕਿ ਇੱਕ ਬਹੁਤ ਜ਼ਿਆਦਾ ਵੱਡੀ ਮੁਸੀਬਤ ਆਈ ਹੋਈ ਸੀਗੀ। ਉਸ ਦਾ ਇੱਕ ਹੱਲ ਕਰਨ ਵਾਸਤੇ ਇੱਕ ਮੌਕਾ ਮਿਲਿਆ ਸੀਗਾ, ਤਾਂ ਉਸ ਦਾ ਇੱਕ ਤੁਸੀਂ ਮੰਨ ਕੇ ਚਲੋ ਇੱਕ ਫਲਸਰੂਪ ਆਪਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ, ਤਾਂ ਅਸੀਂ ਵੋਲੰਟਰਲੀ ਬਠਿੰਡੇ 500 ਡਾਕਟਰ ਹੋ ਗਏ ਇਸ ਟਾਈਮ, ਪਰ ਅਸੀਂ 7 ਬੰਦਿਆਂ ਨੇ ਵੋਲੰਟਰਲੀ ਕਿਹਾ ਵੀ ਅਸੀਂ ਸੇਵਾ ਕਰਨ ਲਈ ਤਿਆਰ ਹੈ। ਅਸੀਂ ਇਸ ਤਰੀਕੇ ਨਾਲ ਕੋਈ ਪੇਮੈਂਟ ਨਹੀਂ ਲਿੱਤੀ। ਜਿਹੜੀ ਪੇਮੈਂਟ ਦੀ ਗੱਲ ਹੈ ਉਹ ਅਸੀਂ ਸਪੈਸ਼ਲਿਸਟ ਡਾਕਟਰਸ ਨੇ ਨਹੀਂ ਲਿੱਤੀ, ਬਟ ਆਪਾਂ ਹਰੇਕ ਨੂੰ ਨਹੀਂ ਕਹਿ ਸਕਦੇ ਵੀ ਵੀਰੇ ਬਿਨਾਂ ਕਿਸੇ ਵੀ ਚੀਜ਼ ਦੇ ਤੁਸੀਂ ਕੰਮ ਕਰ ਲਓ, ਕੋਈ ਨਹੀਂ ਕਰੂਗਾ, ਕੋਈ ਵੀ ਬੰਦਾ ਨਹੀਂ ਕਰੂਗਾ। ਤਾਂ ਇਸ ਕਰਕੇ ਉਹਨਾਂ ਦੀ ਜਿਹੜੀ ਸੀਗੀ ਨਾ ਉਹਨਾਂ ਦੀ ਕੋਈ ਡਿਮਾਂਡ ਸੀ, ਬਟ ਇੱਕ ਤੁਸੀਂ ਐਂ ਲਗਾ ਲਓ ਵੀ ਹਰੇਕ ਬੰਦੇ ਇੱਕ ਮਾਨ ਸਨਮਾਨ ਹੁੰਦਾ, ਇੱਕ ਸਟਾਫ ਹੁੰਦਾ, ਇੱਕ ਸਿਸਟਮ ਹੁੰਦੀ ਹੈ ਜਿਹੜੀ ਕਿ ਕੋਵਿਡ ਆ ਪੇਸ਼ੈਂਟ ਦੇ ਨਾਲ ਖੜੀ ਹੈ, ਵਿੱਚ ਖੜੀ ਹੈ, ਤਾਂ ਉਹਨੂੰ ਇੱਕ ਰੀਇੰਬਰਸਮੈਂਟ ਲਗਾ ਲਓ, ਉਹ ਦੇਣਾ ਇੱਕ ਫਰਜ਼ ਬਣਦਾ, ਤਾਂ ਉਸੇ ਦਾ ਸਾਰਾ ਰਿਕਾਰਡ। ਇਹ DC ਸਾਹਿਬ ਨੇ ਸਵਾਲ ਚੁੱਕਿਆ ਜੀ, ਤਾਂ ਅਸੀਂ ਪੁੱਛਿਆ। ਸਾਰੀ ਗੱਲਾਂ ਠੀਕ ਹੈ, ਫਿਰ ਉਹਨਾਂ ਕੋਲੇ ਆਨਸਰ ਵੀ ਹੈ। ਹਾਂਜੀ ਮੈਰੀ ਜੀ
ਟੋਟਲ ਜਿਹੜਾ ਹੈਗਾ ਜੀ ਤੁਸੀਂ ਖਰਚਾ ਜਿਹੜਾ ਦਿੱਤਾ ਹੈਗਾ ਟੋਟਲ ਅਮਾਉਂਟ ਜਿਵੇਂ ਬਾਹਰ ਜਿਹੜੇ ਲੋਕ ਜੇ ਆਮ ਕਹਿ ਰਹੇ ਆ ਕਿ ਕੋਡਾ ਚ ਆਇਆ ਜਾਂ ਕੋਈ ਦੂਜੇ ਕਹਿ ਰਹੇ ਆ ਟੋਟਲ ਬਾਹਰੋਂ ਕਿੰਨਾ ਆਇਆ ਤੁਹਾਡੇ ਕੋਲੇ ਗਵਰਨਮੈਂਟ ਦਾ ਕਿੰਨਾ ਆਇਆ ਤਾਂ ਉਹਦੇ ਵਿੱਚ ਕੀ ਕਿਵੇਂ ਆਪਣਾ ਐਕਸਪਲੇਨ ਕਰ ਦਿੰਦੇ ਉਹਦਾ ਹਿਸਾਬ ਕਿਤਾਬ ਕੁਛ ਰੱਖਿਆ ਗਿਆ ਕਿ ਨਹੀਂ ਰੱਖਿਆ ਗਿਆ ਜੀ। ਤੁਹਾਡੇ ਕੋਲੇ ਹੈ ਟੋਟਲ ਬਜਟ ਕੀ ਸੀਗਾ ਕੀ ਹੈ ਦੇਖੋ ਟੋਟਲ ਜਿਹੜਾ ਸੀਗਾ 46 ਲੱਖ ਜਿਹੜਾ ਸੀਗਾ ਦੋ ਅਦਾਰੇ ਸੀਗੇ। ਇੱਕ ਬਠਿੰਡਾ ਕੋਵਿਡ ਕੇਅਰ ਸੈਂਟਰ ਸੁਸਾਇਟੀ ਦੇ ਨਾਮ ਤੇ ਸੀਗਾ, ਉਹਦੇ ਵਿੱਚ ਆਇਆ ਸੀ 41 ਲੱਖ ਰੁਪਇਆ। ਇੱਕ ਸੀਗਾ ਬਠਿੰਡਾ ਕੇਅਰ ਸੈਂਟਰ, ਉਹਦੇ ਚ ਆਇਆ ਸੀ 5 ਲੱਖ। ਟੋਟਲ 46 ਲੱਖ ਰੁਪਇਆ ਆਇਆ ਸੀਗਾ। ਔਰ ਪਬਲਿਕ ਫੰਡਸ ਦੇ ਵਿੱਚੋਂ ਸਾਡੇ ਕੋਲੇ ਤਕਰੀਬਨ 5 ਲੱਖ ਦੇ ਆਸ-ਪਾਸ ਆਪਾਂ ਕਹਿ ਸਕਦੇ ਹਾਂ ਉਹ ਆਇਆ ਸੀਗਾ, 51 ਲੱਖ ਰੁਪਇਆ। ਠੀਕ ਹੈ, ਕੁਝ ਚੀਜ਼ਾਂ ਜਿਹੜੀਆਂ ਸੀ ਸਾਡੇ ਕੋਲ ਡੋਨੇਟਡ ਆ ਰਹੀਆਂ ਸੀ, ਕੁਝ ਛੋਟ-ਫੁੱਟ ਫੰਡ ਜੇ ਕਿਤੇ ਆ ਗਿਆ ਤਾਂ ਟੋਟਲ ਜਿਹੜਾ ਹੈਗਾ ਸਾਡਾ ਐਕਸਪੈਂਸਿਸ ਜਿਹੜੇ ਹੈ 53,33,882 ਰੁਪਏ ਦਾ ਟੋਟਲ ਸਾਡੀ ਬੈਲੈਂਸ ਸ਼ੀਟ ਹੈਗੀ ਹੈ ਜਿਹੜੀ ਅਸੀਂ ਬਣਾ ਕੇ ਦਿੱਤੀ ਹੈ। ਔਰ ਜਿਹੜੀ ਟੋਟਲ ਸੈਲਰੀ ਜਾਂ ਆਪਾਂ ਮਾਣ ਭੱਤਾ ਕਹਿ ਲਓ ਆਪਾਂ ਜਿਹੜਾ ਦਿੱਤਾ ਹੈਗਾ ਉਹ ਸਾਰਾ ਥਰੂ ਚੈੱਕ ਹੈ। ਬੈਂਕ ਦੇ ਵਿੱਚ ਸਾਰੀ ਸਟੇਟਮੈਂਟ ਆ ਮੇਰੇ ਕੋਲੇ ਸਾਰੀ ਡਿਟੇਲ ਪਈ ਹੈ, ਇੱਕ ਬੰਦੇ ਨੂੰ ਕਿਹਨੂੰ ਕਿੰਨੇ ਪੈਸੇ ਦਿੱਤੇ। ਟੋਟਲ ਇਹ ਸਾਰਾ ਬਲੈਕ ਐਂਡ ਵਾਈਟ ਦੇ ਵਿੱਚ ਹੈਗਾ। ਜਿਹੜਾ ਸਵਾਲ ਕਿਸੇ ਨੇ ਕਰਤਾ ਸੀਗਾ ਵੀ ਡੀਸੀ ਸਾਹਿਬ ਨੇ ਫੋਨ ਮਾਰਿਆ, ਅਗਰ ਉਹ ਹੁਣ ਇਹਨਾਂ ਡਾਕਟਰ ਸਾਹਿਬ ਨੂੰ ਫੋਨ ਮਾਰਿਆ ਹੋ ਜਾਂ ਅਤਿਨ ਜੀ ਨੂੰ ਫੋਨ ਮਾਰਿਆ ਹੋ ਜਾਂ ਕਿਸੇ ਹੋਰ ਥਰਡ ਨੂੰ ਫੋਨ ਮਾਰਿਆ ਹੋਊਗਾ ਤਾਂ ਇਹਨਾਂ ਨੇ ਤਾਂ ਇਹੀ ਕਹਿਣਾ ਸੀਗਾ ਨਾ ਵੀ ਅਸੀਂ ਤਾਂ ਕੁਝ ਨਹੀਂ ਲਿਆ ਜੀ, ਅਸੀਂ ਤਾਂ ਫ੍ਰੀ ਸੇਵਾ ਦਿੱਤੀਆਂ ਨੇ। ਤਾਂ ਜਿਨ੍ਹਾਂ ਨੇ ਕੀਤੀ ਹੈ ਸਰਵਿਸ ਉਹਨਾਂ ਦਾ ਅਕਾਊਂਟ ਵਾਲੇ ਇਹਨਾਂ ਬੰਦਿਆਂ ਨੂੰ ਫੋਨ ਮਾਰੋ, ਇਹਨਾਂ ਨੂੰ ਪੁੱਛੋ ਵੀ ਤੁਹਾਨੂੰ ਕਿਸ ਗੱਲ ਦੇ ਪੈਸੇ ਮਿਲੇ, ਇਹ ਤੁਹਾਨੂੰ ਕਲੀਅਰ ਹੋ ਜੂਗੀ ਗੱਲ। ਇੱਕ ਸਵਾਲ ਹੋਰ ਉੱਠ ਰਿਹਾ ਜੀ, ਕੋਈ 20 ਲੱਖ ਰੁਪਏ ਖਾਣੇ ਖੁਣੇ ਦੇ ਬਿੱਲ ਵੀ ਪਾਏ, ਉਹ ਕੀ ਨਹੀਂ ਉਹ ਮੈਂ ਖਾਣਾ ਢਾਬਾ ਐਸੋਸੀਏਸ਼ਨ ਦੇ ਪ੍ਰਧਾਨ ਜੋ ਖਾਣਾ ਲੰਗਰ ਚੱਲਦਾ ਸੀ ਢਾਬਾ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਜੀ ਸਾਡੇ ਨਾਲ ਬੈਠੇ ਨੇ ਤੇ ਇਹ ਤੁਸੀਂ ਇਹਨਾਂ ਤੋਂ ਹੀ ਪੁੱਛ ਸਕਦੇ ਹੋ। ਮੈਂ ਤਾਂ ਮੈਂ ਸਵਾਲ ਤੁਹਾਨੂੰ ਦੱਸ ਰਿਹਾ ਵੈਸੇ, ਪਰ ਜਿਹੜਾ ਸਾਡੇ ਕੋਲੇ ਜਿਹੜਾ ਅਸੀਂ ਪਾਇਆ ਕਿਤਾਬਾਂ ਦੇ ਵਿੱਚ ਆ ਉਹਨੂੰ ਇਹਦੀ ਕਾਪੀ ਦੇ ਦਿਆਂਗੇ ਅਸੀਂ। ਤਾਂ ਤਕਰੀਬਨ ਕੋਈ 1.5 ਲੱਖ ਰੁਪਏ ਦਾ ਰਾਸ਼ਨ ਹੈ ਜਿਹੜਾ ਅਸੀਂ ਕਿਤਾਬਾਂ 'ਚ ਪਾਇਆ ਹੋਇਆ ਹੈਗਾ। ਔਰ 24-25 ਹਜ਼ਾਰ ਰੁਪਏ ਦੇ ਮਤਲਬ ਗੈਸ ਦੇ ਸਿਲੰਡਰਾਂ ਦਾ ਬਿੱਲ ਹੈ। ਔਰ ਆਪਣਾ ਜਿਹੜਾ ਉਹਦੇ ਕੁੱਕ ਸੀਗਾ ਜੋ ਉਹਨੂੰ ਦਿੱਤਾ ਉਹ ਵਿੱਚ ਉਹਦੇ ਪੈਸੇ ਹੋਣਗੇ। ਤਾਂ ਇਹ ਟੋਟਲ ਮਿਲਾ ਲਓਗੇ ਤਾਂ 3 ਲੱਖ ਰੁਪਏ ਦੇ ਕਰੀਬ ਬਣੂਗਾ। 20 ਲੱਖ ਤਾਂ ਹੁਣ ਜੇ ਕਿਸੇ ਨੇ ਕਹਿਣ ਨਾਲ ਤਾਂ ਬਣਦਾ ਨਹੀਂ। ਜਿਹੜਾ ਉਹ ਸਮਾਨ ਸੀ ਉਹਦਾ ਜੋ ਮਤਲਬ ਹੈ ਸਭ ਕੁਝ ਹੈਗਾ ਜੀ, ਸਭ ਕੁਝ ਹੈਗਾ। ਉੱਥੇ ਹੀ ਹੈ ਮੈਂਟੋ ਸੀ ਕਿ ਹੋਰ ਜਗ੍ਹਾ ਨਹੀਂ, ਮੈਰੀਟੋਰੀਅਸ ਸਕੂਲ ਦੇ ਵਿੱਚ ਜਿਹੜੀ ਅਸੀਂ ਆਕਸੀਜਨ ਹਾਈ ਫਲੋ ਦੇ 25 ਪੁਆਇੰਟ ਲਗਾਏ ਸੀਗੇ ਉਹ ਉੱਥੇ ਹੀ ਫਿਟਿੰਗ ਛੱਡਤੀ ਸੀ, ਕਿਉਂਕਿ ਸਾਨੂੰ ਇਹ ਸੀਗਾ ਵੀ ਅਗਰ ਇਹ ਦੁਬਾਰਾ ਆ ਗਿਆ ਤਾਂ ਉੱਥੇ ਦੁਬਾਰਾ ਰੀਫਿਟਿੰਗ ਕਰਾਉਣ ਤੇ ਡਬਲ ਪੈਸੇ ਕਿਉਂ ਲਾਉਣੇ। ਉਹ ਐਜ਼ ਇਟ ਇਜ਼ ਅੱਜ ਵੀ ਉੱਥੇ ਲੱਗਿਆ ਹੋਇਆ, ਅਸੀਂ ਕੱਲ ਵੀ ਉੱਥੇ ਜਾ ਕੇ ਚੈੱਕ ਕਰਕੇ ਆਏ ਹਾਂ, ਉਹ ਐਜ਼ ਇਟ ਇਜ਼ ਉੱਥੇ ਹੀ ਪਿਆ ਸਾਰਾ ਸਮਾਨ। ਇੱਕ ਪਾਰਟੀਸ਼ਨ ਸੀਗਾ ਕਿਰਾਇਆ, ਉਹ ਵੀ ਉੱਥੇ ਹੀ ਲੱਗਿਆ ਹੋਇਆ। ਠੀਕ ਹੈ, ਇਹ ਦੋ ਚੀਜ਼ਾਂ ਉੱਥੇ ਨੇ। ਬਾਕੀ ਸਾਰਾ ਸਮਾਨ ਇੱਥੇ ਜਦੋਂ ਅਸੀਂ ਡੇਂਗੀ ਸੈਂਟਰ ਖੋਲ੍ਹਿਆ ਸੀਗਾ DDRC ਸੈਂਟਰ ਦੇ ਵਿੱਚ, ਬਾਕੀ ਸਾਰਾ ਸਮਾਨ ਅਸੀਂ ਉੱਥੇ ਲੈ ਆਏ ਸੀ। ਉਹ ਸਾਰਾ ਸਮਾਨ ਉੱਥੇ ਹੈ। ਕੁਝ ਸਮਾਨ ਜਿਹੜਾ ਸੀਗਾ ਸਿਵਲ ਹਸਪੀਟਲ ਨੇ ਲੈ ਲਿਆ ਸੀਗਾ ਉਹਦੇ ਚੋਂ, ਕੁਝ ਸਮਾਨ ਰੈੱਡ ਕਰਾਸ ਸੁਸਾਇਟੀ ਨੂੰ ਚਲਾ ਗਿਆ ਸੀ, ਕੁਝ ਸਮਾਨ ਵੂਮਨਸ ਹੋਸਟਲ ਨੇ ਲਿੱਤਾ। ਸਭ ਦੀਆਂ ਰਿਸੀਵਿੰਗ ਸਾਡੇ ਕੋਲ ਹੈਗੀਆਂ ਨੇ ਕੀ ਕਿਹਦੇ ਕੋਲੇ ਗਿਆ, ਤੇ ਬਾਕੀ ਸਮਾਨ ਸਾਰਾ ਉੱਥੇ ਲੱਗਿਆ ਹੋਇਆ DDRC ਸੈਂਟਰ ਦੇ ਵਿੱਚ। ਈਵਨ ਕੈਮਰਾਜ਼ ਵਗੈਰਾ ਸਭ ਕੁਝ ਉੱਥੇ ਲੱਗੇ ਹੈ, DVR ਵੀ ਉੱਥੇ ਲੱਗਿਆ ਹੈ, ਸਭ ਕੁਝ ਹੈਗਾ। ਤੇ ਜਿਹੜੀ ਹਾਂਜੀ ਸੇਲ ਇੱਕ AC ਕੀਤੇ ਸੀਗੇ, AC ਇਸ ਕਰਕੇ ਕਰਨੇ ਪਏ ਸੀਗੇ ਸੇਲ ਕਿ ਉਸ ਵੇਲੇ ਫੰਡਸ ਸ਼ਾਰਟ ਹੋ ਗਏ ਸੀਗੇ। ਵੀ ਨੀਡ ਟੂ ਪੇ ਦਾ ਸੈਲਰੀ, ਵੀ ਨੀਡ ਟੂ ਪੇ ਦਾ ਬਿਲਸ। ਉਸ ਕਰਕੇ ਸਾਨੂੰ ਉਹ ਜ਼ਰੂਰੀ ਹੋ ਗਿਆ ਸੀਗਾ ਕਿ ਲੋਕ ਹੁਣ ਅਸੀਂ ਸਰਕਾਰ ਉਦੋਂ ਕੋਵਿਡ ਖਤਮ ਹੋਣ ਤੋਂ ਬਾਅਦ ਇਲੈਕਸ਼ਨ ਦਾ ਦੌਰ ਆ ਗਿਆ ਤੇ ਸਰਕਾਰ ਨੇ ਕੁਝ ਦੇਣਾ ਨਹੀਂ ਸੀਗਾ, ਤਾਂ ਫਿਰ ਮਜਬੂਰੀ ਵਸ਼ ਮਤਾ ਪਾ ਕੇ ਉਹ ਸੇਲ ਕੀਤੇ ਸੀ। ਜੀ ਜੀ ਬਿਲਕੁਲ ਮਤਾ ਪਾ ਕੇ ਕੀਤੇ। ਬਈ ਇਹ ਸਾਨੂੰ ਇਸ ਗੱਲ ਦਾ ਇਲਮ ਨਹੀਂ ਸੀਗਾ। ਅਗਰ ਕੋਈ ਹੋਊਗਾ, ਦੇਖੋ ਗੱਲ ਸੁਣੋ, ਜੇ ਤਾਂ ਆਪਾਂ ਉਹਨੂੰ ਗਿਣਦੇ ਆ ਸਰਕਾਰੀ ਫੰਡ ਦੇ ਵਿੱਚੋਂ, ਸਰਕਾਰੀ ਫੰਡ ਆਪਣੇ ਕੋਲ ਆਇਆ 46 ਲੱਖ ਰੁਪਇਆ, ਅਸੀਂ ਖਰਚਾ ਦੇ ਰਹੇ ਹਾਂ 53 ਲੱਖ ਰੁਪਏ ਦਾ, ਉਹ ਬਾਹਰ ਨਿਕਲ ਜਾਣਗੇ ਉਹਦੇ ਚੋਂ। ਬਾਹਰ ਵਾਲੇ ਫੰਡ ਵਿੱਚੋਂ ਅਸੀਂ ਪਰਚੇਜ਼ ਸ਼ੋਅ ਕਰਦੇ ਹਾਂ ਉਹਦੀ। ਮੈਰਿਜ ਕਿੰਨੇ AC ਖਰੀਦੇ ਜੀ ਤੁਸੀਂ? 9 AC ਸੀ। ਤੇ 9 ਹੀ ਵੇਚਦੇ? ਹਾਂਜੀ। ਤੇ ਖਰੀਦੇ ਕਿੰਨੇ ਤੇ ਸੀ ਤੇ ਵੇਚੇ ਕਿੰਨੇ ਤੇ? ਲਏ ਸੀਗੇ ਆਪਾਂ 3 ਲੱਖ ਦੇ ਤੇ ਵੇਚਿਆ 1,35,000 ਦਾ। ਮੈਂ ਵੀ ਇਹਦੀ ਕਲੈਰੀਫਿਕੇਸ਼ਨ ਕਿਉਂ ਨਹੀਂ ਪੈ ਰਹੀ ਹੈ ਜੇ ਤੁਸੀਂ ਕੁਝ ਗਲਤ ਨਹੀਂ ਕੀਤਾ? ਮੈਂ ਕਰਾਂ ਜੀ ਹਾਂ ਬਿਲਕੁਲ। ਮੈਂ ਸਾਰੇ ਸਤਿਕਾਰਯੋਗ ਸਾਡੇ ਪ੍ਰੈਸ ਵਾਲੇ ਵੀਰਾਂ ਦਾ ਧੰਨਵਾਦ ਕਰਦਾ ਇੱਥੇ ਪਹੁੰਚਣ ਤੇ ਸ਼ਾਰਟ ਦੇ ਵਿੱਚ ਇਹ ਦੱਸਣਾ ਚਾਹੂੰਗਾ ਕਿ ਜਦੋਂ ਇਹ ਮਹਾਮਾਰੀ ਆਈ
ਉਸ ਟਾਈਮ ਇੱਕ ਸੰਸਥਾਵਾਂ ਦਾ ਸਮੂਹ ਇਕੱਠਾ ਹੋਇਆ। ਉਸ ਤੋਂ ਬਾਅਦ ਜਿਹੜੇ ਮੌਕੇ ਦੇ, ਕਿਉਂਕਿ ਜਿਹੜੀਆਂ ਸੰਸਥਾਵਾਂ ਹੈਗੀਆਂ ਸਾਰੀਆਂ, ਉਹ ਮੌਕੇ ਦੇ ਜਿਹੜੇ ਕੋਈ ਐਮਐਲਏ ਹੁੰਦੇ ਆ, ਜਿਹੜੀ ਸਰਕਾਰ ਹੁੰਦੀ ਆ, ਉਹਦੇ ਨਾਲ ਰਲ ਕੇ ਕੰਮ ਕਰਦੇ ਆ, ਨਾ ਕਿ ਕੋਈ ਹੋਰ ਕਿਸੇ ਕੋਲ ਜਾ ਕੇ ਬੰਦਾ ਗੱਲ ਕਰਦਾ। ਤਾਂ ਅਸੀਂ ਮੌਕੇ ਦੇ ਜਿਹੜੇ ਐਮਐਲਏ ਸਾਹਿਬ ਸੀ ਉਹਨਾਂ ਨੂੰ ਬੇਨਤੀ ਕੀਤੀ ਵੀ ਆਹ ਮਹਾਮਾਰੀ ਆ ਗਈ, ਵੀ ਜੇਕਰ ਤੁਸੀਂ ਕੋਈ ਹੈਲਪ ਕਰ ਸਕਦੇ ਹੋ ਤਾਂ ਠੀਕ ਹੈ, ਨਹੀਂ ਅਸੀਂ ਫੰਡ ਇਕੱਠੇ ਕਰ ਲਈਏ। ਤਾਂ ਉਹਨਾਂ ਨੇ ਇਹ ਗੱਲ ਕਹੀ ਤੁਸੀਂ ਕੰਮ ਸ਼ੁਰੂ ਕਰੋ, ਕੰਮ ਸ਼ੁਰੂ ਕਰਨ ਤੋਂ ਬਾਅਦ ਆਪਾਂ ਸਾਰੇ ਫੰਡ ਇਕੱਠੇ ਕਰ ਲਾਂਗੇ, ਤੁਸੀਂ ਸੁਸਾਇਟੀਆਂ ਇਕੱਠੀਆਂ ਹੋ ਜਾਓ। ਸੁਸਾਇਟੀਆਂ ਇਕੱਠੀਆਂ ਹੋ ਕੇ ਕਰੋਨਾ ਸੈਂਟਰ ਦੇ ਵਿੱਚ ਜਿਹੜਾ ਹੈਗਾ ਮੈਰੀਟੋਰੀਜ਼ ਦੇ ਵਿੱਚ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ। ਨਾਲ ਦੀਆਂ ਸੁਸਾਇਟੀ ਤਿਆਰ ਕੀਤੀ ਗਈ। ਸੁਸਾਇਟੀ ਦੇ ਵਿੱਚ ਉਹਨਾਂ ਨੇ ਆਪਦੇ ਵੱਲੋਂ ਜਿਹੜਾ ਫੰਡ ਦਿੱਤਾ ਉਹ ਚੈੱਕ ਰਾਹੀਂ ਆਇਆ। ਸਾਰੇ ਜਿਹੜੇ A to Z, ਚਾਹੇ ਉਹ ਖਰਚਾ ਹੈ, ਚਾਹੇ ਉਹ ਕਿਸੇ ਤੁਸੀਂ ਮਾਨ ਪੱਤਾ ਹੈ, ਉਹ ਸਾਰਾ ਜਿਹੜਾ ਹੈ ਔਨ ਰਿਕਾਰਡ ਉਹਦੇ ਵਿੱਚ ਆਇਆ। ਮੈਂ ਵੀਰਾ ਜੀ ਦੀ ਗੱਲ ਹੁਣ ਪੂਰੀ ਕਰਦਾ ਇੱਥੇ ਕਿ ਇੱਥੇ ਆਉਣ ਦਾ ਆਪਣਾ ਜਾਂ ਕਲੈਰੀਫਿਕੇਸ਼ਨ ਦੇਣ ਦਾ ਕਾਰਨ ਕੀ ਹੈ। ਤਾਂ ਪਿਛਲੇ ਕੁਝ ਦਿਨ ਪਹਿਲਾਂ ਸਾਡੇ ਬਠਿੰਡਾ ਦੇ ਕੋਈ ਸਮਾਜ ਸੇਵੀ ਸਾਡੇ ਹੀ ਭਾਈ ਨੇ, ਉਹ ਉਸ ਦਾ ਅੱਜ ਉਹ ਵਿੱਚ ਹੀ ਆਉਂਦੇ ਸਾਡੇ, ਤੇ ਉਹਨਾਂ ਨੇ ਇੱਕ ਪੋਸਟ ਜਿਹੜੀ ਹੈ ਉਹ ਫੇਸਬੁੱਕ ਤੇ ਫਲੈਸ਼ ਕੀਤੀ। ਤਾਂ ਉਹ ਫੇਸਬੁੱਕ ਤੋਂ ਚੱਕ ਕੇ ਸਾਡੇ ਕਿਸੇ ਭਰਾ ਨੇ, ਸਾਡੇ ਫੇਸਬੁੱਕ ਭਰਾ ਨੇ ਹੀ ਉੱਥੋਂ ਚੱਕ ਕੇ ਉਹ ਜਿਹੜੀ ਹੈ ਉਹਦਾ ਚਾਹੇ ਉਹ ਸੋਏ ਮੋਟੋ ਲੈ ਲਿਆ, ਚਾਹੇ ਉਹ ਫੇਸਬੁੱਕ ਤੋਂ ਚੱਕ ਕੇ ਪਾਤਾ ਕਿ ਜੀ ਇਸ ਦਾ ਇਹਨਾਂ ਦਾ ਇਸ ਤਰ੍ਹਾਂ ਕਰਕੇ ਜੀ ਕੋਈ ਸਾਨੂੰ ਲੱਗਦਾ ਕੋਈ ਫਰਕ ਲੱਗਦਾ ਗੱਲ ਦੀ। ਤਾਂ ਅਸੀਂ ਵੀ ਉਹਨਾਂ ਨੂੰ ਕਾਲ ਕਰਕੇ ਪੁੱਛਿਆ ਕਿ ਬਾਈ ਜੇ ਫਰਕ ਲੱਗਦਾ ਸਾਡੇ ਕੋਲ ਆ ਜਾਓ, ਸਾਡੇ ਕੋਲ ਡਾਕੂਮੈਂਟ ਪਏ ਆ, ਤੁਸੀਂ ਵੀ ਹਿੱਸਾ ਸੀਗੇ ਸਾਡੇ ਉਸ ਟਾਈਮ ਜਦੋਂ ਆਪਾਂ ਸੇਵਾ ਕਰ ਰਹੇ ਸੀ, ਉਦੋਂ ਵੀ ਵਿੱਚ ਸੀ ਉਹ। ਤਾਂ ਅਸੀਂ ਇਹ ਬੇਨਤੀ ਉਹਨਾਂ ਨੂੰ ਕੀਤੀ, ਪਰ ਕਹਿੰਦੇ ਯਾਰ ਚਲੋ ਪੈ ਗਈ ਕੋਈ ਗੱਲ ਨਹੀਂ। ਉਸ ਤੋਂ ਬਾਅਦ ਜਦੋਂ ਪ੍ਰੈਸ ਦੇ ਵਿੱਚ ਆਈ, ਸਾਡੇ ਕਿਸੇ ਪ੍ਰੈਸ ਸਾਥੀ ਦਾ ਜਿਹੜੀ ਸਾਡੀ ਕਟਿੰਗ ਆਈ, ਤਾਂ ਉਹਦੇ ਵਿੱਚ ਜਿਹੜਾ ਇੱਕ ਸ਼ਬਦ ਜਿਹੜਾ ਕਿ ਮਤਲਬ ਇੱਕ ਸਮਾਜ ਸੇਵੀ ਸੰਸਥਾਵਾਂ ਵਾਸਤੇ ਬੜਾ ਮਤਲਬ ਇੱਕ ਕਹਿੰਦੇ ਸ਼ਰਮਨਾਕ ਲਾ ਲਓ, ਸਾਡੇ ਵਾਸਤੇ ਇੱਕ ਬਹੁਤ ਵੱਡੀ ਸ਼ਰਮਨਾਕ ਹੈ। ਕਿਉਂਕਿ ਇਸ ਤੋਂ ਬਾਅਦ ਤਾਂ ਮੈਨੂੰ ਲੱਗਦਾ ਸ਼ਾਇਦ ਜੇ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਤਾਂ ਸਾਰੇ ਸਮਾਜ ਸੇਵੀ ਭਰਾ ਸਵਿਚ ਕਰਨਗੇ। ਮੈਨੂੰ ਲੱਗਦਾ ਕੋਈ ਵੀ ਕਿਸੇ ਦਾ ਭਲਾ ਕਰਨ ਵੇਲੇ 10 ਵਾਰ ਸੋਚੂਗਾ, ਕਿਉਂਕਿ ਉਹ ਮਹਾਮਾਰੀ ਜਿਹੜੀ ਸੀਗੀ ਉਹ ਇੰਨੀ ਕੁ ਜ਼ਿਆਦਾ ਭੈੜੀ ਸੀਗੀ ਕਿ ਮੇਰੇ ਆਪ ਦੀ ਵਾਈਫ ਨੂੰ ਮਤਲਬ ਹੋ ਗਿਆ ਸੀ। ਤਾਂ 10 ਦਿਨ ਮੈਨੂੰ ਆਪਦੀ ਵਾਈਫ ਦੇ ਕੋਲੇ ਰੋਟੀ ਫੜਾਉਣ ਵਾਸਤੇ ਮੈਨੂੰ ਐ ਲੱਗਦਾ ਸੀ ਵੀ ਮੈਂ ਕਿਵੇਂ ਉਹਨਾਂ ਨੂੰ ਫੜਾ ਸਕਦਾ। ਤਾਂ ਕਿੰਨਾ ਵੱਡਾ ਮੰਜ਼ਰ ਜਿਹੜਾ ਸੀਗਾ ਉਹਨੂੰ ਆਪਾਂ ਹੰਢਾਇਆ। ਤਾਂ ਸਿਰਫ ਇੱਕ ਪੋਸਟ ਪਾਉਣ ਨਾਲ ਉਦੋਂ ਬਾਅਦ ਅਗਲੇ ਦਿਨ ਪੱਤਰਕਾਰ ਭਰਾ ਸਾਡਾ ਕੋਈ ਖਬਰ ਲਾ ਦਿੰਦਾ, ਉਹ ਵੀ ਖਬਰ ਦੇ ਵਿੱਚ ਜਿਹੜੀ ਚੀਜ਼ਾਂ ਲਾਉਂਦਾ ਹੈ ਉਹ ਜਿਹੜੀਆਂ ਅਸੀਂ ਉਸ ਚੀਜ਼ ਨੂੰ ਸਾਰੇ ਨਕਾਰਦੇ ਹਾਂ। ਚਲੋ ਕੋਈ ਨਹੀਂ, ਫਿਰ ਵੀ ਲੱਗ ਗਈ। ਉਸ ਤੋਂ ਬਾਅਦ DC ਸਾਹਿਬ ਇੱਕ ਲੈਟਰ ਕੱਢਦੇ ਆ। ਲੈਟਰ ਦੇ ਵਿੱਚ ਲਿਖਿਆ ਜਾਂਦਾ ਹੈ ਕਿ ਜਿਹੜਾ ਸਮਾਨ ਵਗੈਰਾ ਹੈਗਾ ਉਹ ਕਿੱਥੇ ਹੈ। ਔਰ ਸੈਕਿੰਡ ਉਹਦੇ ਵਿੱਚ ਜਿਹੜੀ ਹੁਣ ਆਪਣੇ ਸਾਰੇ ਸਾਹਮਣੇ ਮੈਂ ਬੇਨਤੀ ਕਰਦਾ ਇਹ ਗੱਲ ਦਾ ਕਿ ਜੋ ਉਹਨਾਂ ਨੇ ਲਿਖਿਆ ਉਹਦਾ ਜਵਾਬ ਸਾਥੋਂ DC ਸਾਹਿਬ ਮੰਗ ਸਕਦੇ ਆ, ਕਿਉਂਕਿ ਸਾਡੇ ਬਠਿੰਡਾ ਦੇ ਇੰਚਾਰਜ ਨੇ, ਡਿਪਟੀ ਕਮਿਸ਼ਨਰ ਨੇ, ਉਹ ਸਾਥੋਂ ਮੰਗ ਸਕਦੇ ਆ। ਅਸੀਂ ਉਹਨਾਂ ਨੂੰ ਜਾ ਕੇ ਜਿਹੜਾ ਹੈ ਮੀਟਿੰਗ ਦੇ ਵਿੱਚ ਦੱਸਤਾ ਕਿ ਸਰ ਸਾਡੇ ਕੋਲ ਆਹ ਡਾਕੂਮੈਂਟ ਆ ਕੁਛ ਹੈ। ਹੁਣ ਗੱਲ ਆਉਂਦੀ ਹੈ ਕਿ ਸਮਾਨ ਖੁਰਦ-ਬੁਰਦ ਕਰਨ ਦੀ। ਸਰ ਬਿਲਕੁਲ ਦੇ ਰਹੇ ਆ ਜੀ। ਖੁਰਦ-ਬੁਰਦ, ਮੈਂ ਪਲੀਜ਼ ਸਰ, ਖੁਰਦ-ਬੁਰਦ ਕਰਨ ਦੀ ਜਿੱਥੇ ਤੱਕ ਗੱਲ ਆਈ ਹੈ ਕਿ ਅੱਜ ਤੋਂ ਸਹੀ 6 ਮਹੀਨੇ 8 ਮਹੀਨੇ ਪਹਿਲਾਂ, ਰਾਉਂਡ ਅਬਾਊਟ 6 ਮਹੀਨੇ 8 ਮਹੀਨੇ ਪਹਿਲਾਂ ਇਹੀ DC ਸਾਹਿਬ ਨੂੰ ਕੋਲ ਜਾ ਕੇ ਸਾਰਾ A to Z ਦੱਸਿਆ ਗਿਆ ਕਿ ਆਹ ਸਾਡੇ ਕੋਲ ਆਹ ਸਮਾਨ ਪਿਆ ਜੀ, ਆਹ ਸਾਡੇ ਕੋਲ ਕੰਸਨਟ੍ਰੇਟਰ ਪਏ ਆ, ਆਹ ਸਮਾਨ ਪਿਆ। ਉਹਨਾਂ ਨੇ ਆਪਦੇ ਰਾਹੀਂ ਹੀ ਜਿਹੜੇ ਸਿਵਲ ਹਸਪੀਟਲ, ਚਿਲਡਰਨ ਹਸਪੀਟਲ ਔਰ ਜਿਹੜੇ ਗਾਇਨੀ ਦਾ ਹਸਪੀਟਲ ਹੈ ਉਹਦੇ ਵਿੱਚ ਜਾ ਕੇ ਜਿਹੜਾ ਸਮਾਨ ਯੂਜ਼ ਹੋਣ ਵਾਲਾ ਸੀਗਾ ਉਹਦੇ ਵਿੱਚ ਜਾ ਕੇ ਉਹਨਾਂ ਨੇ ਸਾਰਾ ਵੰਡਾ ਦਿੱਤਾ। ਉਹ ਜਿਹੜਾ ਹੁਣ ਐਟ ਦੀ ਸਪੌਟ ਜਿਹੜੇ ਪਏ ਆ ਜਿਹਦੇ ਕਰਕੇ ਪ੍ਰੋਬਲਮ ਆ ਰਹੀ ਹੈ, ਉਹਨਾਂ ਨੇ ਵੀ ਜੇ ਮੰਨ ਲਓ ਕਿਸੇ ਉਸ 'ਚ ਪਾਈ ਹੈ, ਫੇਸਬੁੱਕ ਤੇ ਪਾਈ ਹੈ, ਤਾਂ ਉਹਨਾਂ ਨੇ ਵੀ ਉਹਦੇ ਵਿੱਚ ਕਿਸ ਤਰ੍ਹਾਂ ਦੀ ਗਲਤ ਨਹੀਂ ਵਰਤੀ ਗਈ। ਉਹਨਾਂ ਨੇ ਵੀ ਇਹੀ ਆ ਵੀ ਸਮਾਨ ਕਿੱਥੇ ਗਿਆ, ਤੇ ਸਮਾਨ ਦੱਸਣ ਵਾਸਤੇ ਅਸੀਂ ਤੁਹਾਡੇ ਕੋਲ ਆਏ ਆ ਕਿ ਸਮਾਨ ਜਿਹੜਾ ਸੀਗਾ ਉਹ DC ਸਾਹਿਬ ਦੀ ਰੇਖ-ਦੇਖ ਦੇ ਵਿੱਚ ਪਹਿਲਾਂ ਵੰਡਿਆ ਜਾ ਚੁੱਕਿਆ ਹੈ। ਜਿਹੜੇ ਕੰਸਨਟ੍ਰੇਟਰ ਨੇ ਉਹ 50 ਕੰਸਨਟ੍ਰੇਟਰ ਜਿਹੜੇ ਸੀ ਉਹ ਆਪਣੇ ਖਾਲਸਾ ਏਡ ਵੱਲੋਂ ਆਏ ਸੀ, ਜਿਹਦੇ ਵਿੱਚ ਕੁਝ ਕੰਸਨਟ੍ਰੇਟਰ ਅੱਜ ਵੀ ਲੋਕਾਂ ਦੇ ਘਰੇ ਚੱਲ ਰਹੇ ਨੇ। ਤਾਂ ਬਾਕੀ ਕੰਸਨਟ੍ਰੇਟਰ ਪਏ ਨੇ, ਕੁਝ ਬੈੱਡ ਨੇ ਜਿਹੜੇ ਕਿ ਪਏ ਨੇ, ਉਹ ਵੀ DC ਸਾਹਿਬ ਦੇ ਧਿਆਨ 'ਚ ਕਰ ਦਿੱਤਾ ਗਿਆ। ਹੁਣ ਆ ਗਈ ਗੱਲ ਫਰਾਡ ਦੀ ਕਿ ਫਰਾਡ ਕਿੱਥੇ ਹੈ, ਕਿ 40 ਲੱਖ ਰੁਪਇਆ ਅਕਾਊਂਟ ਦੇ ਵਿੱਚ ਆਇਆ, ਉਹ ਜੀ ਖੁਰਦ-ਬੁਰਦ ਕਰਤਾ। ਪਹਿਲੀ ਗੱਲ ਤਾਂ ਜਿਹੜਾ ਵਰਡ ਸੀਗਾ ਸਾਨੂੰ ਇਹ ਸਾਰੀ ਸੰਸਥਾਵਾਂ ਨੂੰ ਇਸ ਤੇ ਬੱਤੀ ਹੈ ਕਿ ਸੱਤ ਬੰਨ ਕੇ ਸਾਰਿਆਂ ਨੂੰ ਬੇਨਤੀ ਹੈ, ਸਿਰ ਝੁਕਾ ਕੇ ਬੇਨਤੀ ਹੈ ਕਿ ਕੋਈ ਵੀ ਖਬਰ ਲਾਉਣ ਤੋਂ ਪਹਿਲਾਂ ਇਹ ਸੋਚ ਲਿਆ ਕਰੋ ਕਿ ਜਿਹੜੇ 20 ਸਾਲਾਂ ਤੋਂ 25 ਸਾਲਾਂ ਤੋਂ ਆਪਦਾ ਪਰਿਵਾਰ ਛੱਡ ਕੇ ਕੰਮ ਕਰ ਰਹੇ ਨੇ ਉਹਨਾਂ ਦੀ ਕੀ ਗਲਤੀ ਹੈ ਇਸ ਦੇ ਵਿੱਚ। ਤਾਂ ਉਹ ਫਰਾਡ ਸ਼ਬਦ ਬੇਨਤੀ ਹੈ ਵੀ ਨਾ ਲਿਖਿਆ ਜਾਵੇ। ਕੋਈ ਇਨਕੁਆਇਰੀ ਹੈ ਕਿਸੇ ਤਰ੍ਹਾਂ ਦੀ, ਇਨਕੁਆਇਰੀ ਦੇ ਵਿੱਚ ਅਸੀਂ ਸਾਰੇ ਬੰਦੇ ਜਾ ਕੇ ਉੱਥੇ ਬੇਨਤੀ ਵੀ ਕਰਕੇ ਆਏ, ਤੁਹਾਡੇ ਮੀਡੀਆ ਅੱਗੇ ਵੀ ਬੇਨਤੀ ਕਰ ਰਹੇ ਹਾਂ, ਜੇ ਸਾਡੇ 'ਚ ਕਿਸੇ 'ਚ ਕੋਈ ਘਾਟ ਨਿਕਲੀ ਅਸੀਂ ਦੇਣਦਾਰ ਹੋਵਾਂਗੇ ਉਸ ਚੀਜ਼ ਦੇ। ਰਹੀ ਗੱਲ ਹੁਣ ਐਂਡ ਦੀ ਵੀ ਜਿਹੜਾ ਪੈਸਾ ਸਾਡੇ ਕੋਲ ਆਇਆ ਸੀ ਉਹ ਇੱਕ ਚੀਜ਼ ਅਕਾਊਂਟ ਦੇ ਵਿੱਚ ਆਈ ਹੈ, ਇੱਕ ਚੀਜ਼ ਅਕਾਊਂਟ 'ਚੋਂ ਗਈ ਹੈ। ਰਹੀ ਗੱਲ ਵੀਰ ਜੀ ਦੇ ਸਵਾਲ ਦੀ ਕਿ 18 ਲੱਖ ਦੀ ਜਿਹੜੀ ਦਿੱਤਾ ਗੱਲ ਹੈ ਕਿ ਸੈਲਰੀਆਂ ਨਹੀਂ ਦੇ ਸਕਦਾ ਕੁਝ, ਅਸੀਂ ਵੀ ਉਸ ਗੱਲ ਨੂੰ ਮੰਨਦੇ ਹਾਂ। ਤਾਂ ਜਿਹੜੀ ਅਸੀਂ ਸੈਲਰੀ ਦਿੱਤੀ ਹੈ, ਜਿਹੜੀ ਅਸੀਂ ਮੰਨ ਲਓ ਕਹਿੰਦੇ ਤੁਸੀਂ ਕਹਿੰਦੇ ਸੈਲਰੀ ਦਿੱਤੀ ਹੈ, DC ਸਾਹਿਬ ਨੇ ਸਾਨੂੰ ਮੈਸੇਜ ਕੀਤਾ ਕਿ ਜੇ ਤੁਸੀਂ ਸੈਲਰੀ ਦੇ ਨਹੀਂ ਸਕਦੇ ਤਾਂ ਉਹ 'ਚ ਐਨੀਵੇਨੀਅਸ ਕੋਈ ਇੱਕ ਵਰਡ ਹੈਗਾ ਜਿਹਦੇ ਵਿੱਚ ਕੀ ਔਨਰੇਰੀਅਮ ਵਰਡ ਜਿਹੜਾ ਹੈਗਾ ਉਹਦੇ ਵਿੱਚ ਮੈਂਸ਼ਨਡ ਹੈ। ਜਦੋਂ ਕਹੋਗੇ ਉਹਦੀ ਕਾਪੀ ਤੁਹਾਨੂੰ ਦਿੱਤੀ ਜਾਊਗੀ। ਕਿਸੇ ਤਰ੍ਹਾਂ ਦਾ ਘਪਲਾ ਨਹੀਂ ਕੀਤਾ। ਬਸ ਸਾਡੀ ਸੱਤ ਬਣ ਕੇ ਸਾਰੇ ਮੀਡੀਆ ਅੱਗੇ ਬੇਨਤੀ ਹੈ ਕਿ ਜਿਹੜੇ ਵੀ ਸਮਾਜ ਸੇਵੀ ਬਠਿੰਡਾ ਦੇ ਵਿੱਚ ਕੰਮ ਕਰ ਰਹੇ ਨੇ, ਜਿਨ੍ਹਾਂ ਨੇ ਇਹ ਕੰਮ ਕੀਤਾ ਹੈ, ਉਹਨਾਂ ਨੂੰ ਪ੍ਰਮਾਤਮਾ ਤੰਦਰੁਸਤੀ ਬਖਸ਼ੇ। ਔਰ ਮੈਂ ਨਹੀਂ ਚਾਹੁੰਦਾ ਵੀ ਮੇਰੇ ਦਿਮਾਗ ਦੇ ਵਿੱਚ ਕੋਈ ਜਾਂ ਮੇਰੇ ਮੂੰਹ 'ਚੋਂ ਜਿਹੋ ਜਿਹੇ ਲਫ਼ਜ਼ ਨਿਕਲਣ, ਕਿ ਪ੍ਰਮਾਤਮਾ ਉਹਨਾਂ ਨੂੰ, ਉਹਨਾਂ ਦੇ ਪਰਿਵਾਰ ਨੂੰ ਹਮੇਸ਼ਾ ਤੰਦਰੁਸਤ ਰੱਖੇ। ਇਸੇ ਤਰ੍ਹਾਂ ਦੀ ਮਹਾਮਾਰੀ ਕਿਸੇ ਦੇ ਪਰਿਵਾਰ ਤੇ ਨਾ ਆਵੇ।
ਜੇ ਆਵੇ ਤਾਂ ਉਹਨੂੰ ਇਹ ਪਤਾ ਲੱਗਦਾ ਕਿ ਹਾਂ ਯਾਰ ਇਸ ਟਾਈਮ ਦੇ ਵਿੱਚ ਆਪਾਂ ਖੜੇ ਸੀ। ਸਾਰੇ ਪੱਤਰਕਾਰ ਵੀਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ। ਇੱਕ ਤੁਹਾਡੀ ਜਿਹੜੀ ਸੋਸਾਇਟੀ ਹੈ ਸਾਰੇ ਮੈਂਬਰ ਸੋਸਾਇਟੀ ਦੇ ਹੋ? ਕਿਉਂ ਜੀ? ਅਲੱਗ-ਅਲੱਗ ਸੋਸਾਇਟੀ ਸਰ? ਨਹੀਂ ਉਹ ਤਾਂ ਤੁਹਾਨੂੰ ਪਤਾ। ਹਾਂਜੀ। ਜਿਹੜੀ ਤੁਸੀਂ ਕੋਵਿਡ ਕੇਅਰ ਸੋਸਾਇਟੀ ਬਣਾਈ ਸੀ, ਹਾਂਜੀ ਸਾਰੇ ਮੈਂਬਰ ਨੇ? ਨਹੀਂ, ਉਹਦੇ ਚ 9 ਆਪਣੇ ਕਿੰਨੇ ਮੈਂਬਰ ਹੈ ਟੋਟਲ ਜੀ? 11 ਮੈਂਬਰ ਹੈ ਟੋਟਲ ਜੀ। ਤੇ ਪ੍ਰਧਾਨ ਕੌਣ ਹੈ? ਪ੍ਰੈਜ਼ੀਡੈਂਟ ਜੈਜੀਤ ਸਿੰਘ ਜੌਲ। ਜੈਜੀਤ ਸਿੰਘ ਜੌਲ ਜੀ। ਉਹ ਨਹੀਂ ਆਏ ਪ੍ਰਧਾਨ? ਹਾਂਜੀ, ਉਹ ਬਾਹਰ ਨਹੀਂ ਜੀ, ਇੱਥੇ ਹੈ। ਨਹੀਂ, ਸਰਕਾਰੀ ਜਦੋਂ ਕੋਈ ਸੰਸਥਾਵਾਂ ਕਿਸੇ ਨਾਲ ਜੁੜ ਕੇ ਸਰਕਾਰੀ ਫੰਡ ਆਪਾਂ ਲੈਂਦੇ ਆ, ਆਪਾਂ ਨੂੰ ਰੂਲ ਫੋਲੋ ਕਰਨਾ ਹੁੰਦਾ ਕਿ ਨਹੀਂ ਹੁੰਦਾ, ਜਾਂ ਤੁਸੀਂ ਜਸਟੀਫਾਈ ਕਰ ਰਹੇ ਹੋ ਉਸ ਗੱਲ ਨੂੰ? ਨਹੀਂ ਬਿਲਕੁਲ ਜੀ, ਰੂਲ ਫੋਲੋ ਬਟ ਐ ਹੁੰਦਾ ਨਾ, ਇਹ ਉਹ ਇੱਕ ਦੌਰ ਇਹੋ ਜਿਹਾ ਸੀਗਾ ਜਿਹਦੇ ਬਾਰੇ ਤੱਕ ਉਹ ਡਾਕਟਰਾਂ ਨੂੰ ਵੀ ਨਹੀਂ ਪਤਾ ਸੀ ਵੀ ਇਹਦਾ ਇਲਾਜ ਕੀ ਹੈ ਤੇ ਕਿਵੇਂ ਹੈ ਤੇ ਕੀ ਕਰਨਾ ਹੈਗਾ। ਉਹ ਤਾਂ ਇੱਕ ਮਹਾਮਾਰੀ ਇੱਕ ਆਲ ਆਫ ਸਡਨ ਆਈ ਸੀਗੀ। ਉਦੋਂ ਤਾਂ ਧਿਆਨ ਇੱਕੋ ਪਾਸੇ ਸੀ ਵੀ ਸੇਵਾ ਕਰਨੀ ਹੈ, ਜਿਵੇਂ ਮਰਜ਼ੀ ਕਰਨੀ ਹੈ। ਉਦੋਂ ਤਾਂ ਰੂਲਸ ਐਂਡ ਰੈਗੂਲੇਸ਼ਨ ਦਾ ਨਾ ਪਤਾ। ਫਿਰ ਜਿਨ੍ਹਾਂ ਨੇ ਫੰਡ ਰਿਲੀਜ਼ ਕੀਤਾ ਉਹ ਵੀ ਦੱਸਦੇ ਸਾਨੂੰ ਵੀ ਆਹ ਚੀਜ਼ ਇਦਾਂ ਕਰਨੀ ਹੈ, ਉਹਨਾਂ ਨੇ ਵੀ ਨਹੀਂ ਦੱਸਿਆ ਸਾਨੂੰ ਕੁਝ। ਇਕੱਲਾ ਸਾਡੇ ਕੋਲ ਚੈੱਕ ਆਇਆ ਤੇ ਚੈੱਕ ਨਾਲ ਅਸੀਂ ਆਪਦਾ ਸਿਸਟਮ ਚਾਲੂ ਕਰ ਲਿਆ। ਤਾਂ ਇਹ ਜਿਹੜੀਆਂ ਚੀਜ਼ਾਂ ਨੇ, ਇਹਦੇ ਸਵਾਲ ਅੱਜ ਨਹੀਂ ਉੱਠਣੇ ਚਾਹੀਦੇ, ਜਾਂ ਤਾਂ ਉਦੋਂ ਹੀ ਉੱਠਣੇ ਚਾਹੀਦੇ ਸੀ। ਉਦੋਂ ਹੀ ਦੱਸਦੇ ਸਾਨੂੰ ਵੀ ਭਾਈ ਤੁਸੀਂ ਇਦਾਂ ਕਰਨਾ ਹੈ, ਆਹ ਚੀਜ਼ ਇਦਾਂ ਨਹੀਂ ਕਰਨੀ, ਆਹ ਚੀਜ਼ ਇਦਾਂ ਕਰਨੀ। ਬਸ ਇਹ ਸੀ ਮੌਕੇ ਤੇ ਤਾਂ ਡਿਪਟੀ ਕਮਿਸ਼ਨਰ ਸਾਹਿਬ ਦੇ ਹਦਾਇਤਾਂ ਪ੍ਰਾਇੋਰਟੀ ਜਾਨ ਬਚਾਉਣ ਦੀ ਸੀ, ਉਹ ਅਸੀਂ ਨੋਡਲ ਆਫੀਸਰ ਜਿਹੜੇ ਸੀਗੇ ਆਪਣੇ, ਜਿਹੜੇ ਮੌਕੇ ਦੇ ਸੀਗੇ ਨੋਡਲ ਆਫੀਸਰ ਲਾਏ ਗਏ ਸੀਗੇ, ਉਹ ਵੀ ਸਰਕਾਰ ਵੱਲੋਂ ਲਾਏ ਗਏ ਸੀ, ਪ੍ਰਸ਼ਾਸਨ ਵੱਲੋਂ ਲਾਏ ਗਏ ਸੀਗੇ ਜੀ। ਇਹ ਤਾਂ ਹੈ ਨਹੀਂ ਵੀ ਕੋਈ ਅਸੀਂ ਆਪ ਕੁਝ ਕਰ ਰਹੇ। ਡੀਸੀ ਸਾਹਿਬ ਨੇ ਲਾਇਆ ਸੀ ਜੀ ਉੱਥੇ। ਤੁਸੀਂ ਇਹ ਕਿਹਾ ਵੀ ਤੁਹਾਡੇ ਸਮਾਜ ਸੇਵੀਆਂ ਚੋਂ ਕਿਸੇ ਸਮਾਜ ਸੇਵੀ ਨੇ ਇਹ ਪੋਸਟ ਪਾਈ? ਹਾਂਜੀ ਵੀ ਜੀ ਆਹ ਘਪਲਾ ਹੋਇਆ। ਬਿਲਕੁਲ ਸਰ, ਘਪਲਾ ਨਹੀਂ ਕਹਿ ਰਿਹਾ ਜੀ। ਘਪਲਾ ਕਿਸੇ ਪ੍ਰੈਸ ਵਾਲੇ ਵੀਰ ਨੇ ਕੋਈ ਉੱਤੇ ਸ਼ਬਦਾਵਲੀ ਵਰਤੀ ਹੈ। ਜਿਹੜੇ ਵੀਰ ਨੇ ਪ੍ਰੈਸ ਵਾਲੇ ਨੇ ਇਦਾਂ ਨਹੀਂ ਲਿਖਦੇ। ਜੇ ਪ੍ਰੈਸ ਵਾਲਿਆਂ ਕੋਲ ਕੋਈ ਉਹ ਸ਼ਬਦ ਆਇਆ ਹੋਣਾ, ਉਹਨੇ ਆਪਣੇ ਮਨੋਂ ਨਹੀਂ ਕਿਸੇ ਨੇ ਪ੍ਰੈਸ ਵਾਲੇ ਨੇ ਲਾਣਾ ਹੁੰਦਾ। ਜੋ ਤੁਸੀਂ ਇੱਥੇ ਗੱਲਾਂ ਕਰ ਰਹੇ ਹੋ, ਉਹਨਾਂ ਗੱਲਾਂ 'ਚ ਹੀ ਉਹਨਾਂ ਨੂੰ ਬੰਦੇ ਨੇ, ਹੁਣ ਜਿਹਨੇ ਇੱਥੇ ਅਖਬਾਰ ਵਾਲੇ ਨੇ, ਉਹਨਾਂ ਨੇ ਵੀ ਉਹ ਤੁਹਾਡੀਆਂ ਗੱਲਾਂ ਸੁਣ ਕੇ ਲਾਉਣਾ। ਬਿਲਕੁਲ ਸਰ। ਬ੍ਰਦਰ ਧੂਆਂ ਉੱਥੇ ਹੁੰਦਾ ਜਿੱਥੇ ਅੱਗ ਹੁੰਦੀ। ਕੀ ਰੀਜ਼ਨ ਰੀਜ਼ਨ ਕਿਉਂ ਉਹਨੇ ਲਿਖਿਆ? ਰੀਜ਼ਨ ਪਤਾ ਕੀ? ਕਿਉਂਕਿ ਉਹ ਵੀ ਸਮਾਜ ਸੇਵੀ ਸੀ ਨਾ। ਰੀਜ਼ਨ ਕੀ ਸੀ? ਅੱਜ ਤੋਂ 6 ਮਹੀਨੇ ਪਹਿਲਾਂ, ਅੱਜ ਤੋਂ 6 ਮਹੀਨੇ ਸਾਲ ਪਹਿਲਾਂ ਦੀ ਗੱਲ ਹੀ ਕਰਕੇ ਚੱਲਦੇ ਆ ਆਪਾਂ। ਉਸ ਟਾਈਮ ਇੱਕ ਗੱਲ ਆਈ ਸੀ ਵੀ ਜਿਹੜਾ ਕੋਵਿਡ ਸੈਂਟਰ ਦੇ ਵਿੱਚ ਸਮਾਨ ਯੂਜ਼ ਹੋਇਆ ਸੀਗਾ, ਉਹ ਕਿੱਥੇ ਪਿਆ। ਅਸੀਂ ਆਪਣੇ ਵੱਲੋਂ ਜਾਂ ਮੈਰੀ ਜੀ ਨੇ ਜਾਂ ਜਿਹੜੇ ਵੀ ਮੈਂਬਰ ਸੀਗੇ, ਉਹਨਾਂ ਵੱਲੋਂ ਇਹ ਵਰਬਲੀ ਤੌਰ ਤੇ ਦੱਸ ਦਿੱਤਾ ਗਿਆ ਸੀ ਫਲਾਣੇ ਥਾਂ ਤੇ ਪਿਆ। ਉਸ ਤੋਂ ਬਾਅਦ ਡੀਸੀ ਬਠਿੰਡਾ ਨਾਲ ਗੱਲ ਕਰਕੇ ਡੀਸੀ ਸਾਹਿਬ ਦੀ ਰਹਿਨੁਮਾਈ ਹੇਠ ਉਹਨਾਂ ਨੇ ਕਿਹਾ ਵੀ ਆਹ ਸਮਾਨ ਚੱਕ ਕੇ ਇੱਥੇ ਤੇ ਦੇ ਦਿਓ, ਉੱਥੇ ਤੇ ਦੇਤਾ। ਹੁਣ ਉਹ ਕੀ ਹੈ ਕਿ ਸਾਨੂੰ ਨਹੀਂ ਉਸ ਗੱਲ ਦਾ ਪਤਾ ਕਿ ਉਹਨਾਂ ਨੇ ਕਿਉਂ ਤੱਥ ਚੱਕੇ ਇਸ ਚੀਜ਼ ਦੇ, ਕਿ ਜੀ ਉਹ ਸਮਾਨ ਕਿੱਥੇ ਗਿਆ। ਨਾ ਤਾਂ ਉਹਨਾਂ ਨੇ ਪੈਸੇ ਦੀ ਗੱਲ ਕੀਤੀ ਹੈ, ਉੱਥੇ ਸਮਾਨ ਦੀ ਗੱਲ ਕੀਤੀ ਹੈ, ਸਮਾਨ ਦੀ ਕੁਆਲੀਫਿਕੇਸ਼ਨ ਅਸੀਂ ਉੱਥੇ ਦੇ ਆਏ ਜੀ। ਪਰ ਜਦੋਂ ਹੁਣ ਅਸੀਂ, ਸਾਡੇ ਕੋਲ ਇੱਕੋ ਹੀ ਰੀਜ਼ਨ ਹੈ ਕਿ ਅਸੀਂ ਬਠਿੰਡਾ ਦੇ ਸਹਿਯੋਗ ਨਾਲ ਕੋਵਿਡ ਸੈਂਟਰ ਚਲਾਇਆ, ਲੋਕਾਂ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਚਲਾਇਆ। ਜੇਕਰ ਮੰਨ ਲਓ ਇਸ ਤਰ੍ਹਾਂ ਦੀ ਕੋਈ ਤਰ੍ਹਾਂ ਦੀ ਪ੍ਰੋਬਲਮ ਸਾਡੇ ਤੇ ਆ ਜਾਂਦੀ ਹੈ, ਤਾਂ ਅੱਗੇ ਤੋਂ ਕੌਣ ਘਰੇ ਵੜਨ ਦਊਗਾ ਜੀ ਸਾਨੂੰ? ਸਰ, ਦਾਨੀ ਸੱਜਣਾਂ ਦੇ ਸਹਿਯੋਗ ਨਾਲ ਤੁਸੀਂ ਉਹ ਸਾਰਾ ਕੋਵਿਡ ਸੈਂਟਰ ਚਲਾਇਆ ਜੀ। ਤੁਸੀਂ ਅੱਜ ਇਸ ਚੀਜ਼ ਨੂੰ ਕਲੈਰੀਫਾਈ ਕਰ ਰਹੇ ਹੋ ਜੀ, ਕਿੰਨੀ ਦੇਰ ਬਾਅਦ ਵੀ ਆਹ ਹੋਇਆ। ਜਿਹੜੀ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹੋ, ਉਸ ਦਿਨ ਜੇ ਕਰਦੇ ਜਦੋਂ ਤੁਸੀਂ ਸਾਰਾ ਕੁਝ ਨਿਬੇੜ ਚੁੱਕੇ ਸੀ ਵੀ ਹਾਂਜੀ ਅਸੀਂ ਆਹ ਕੁਝ ਕਰ ਲਿਆ, ਇੰਨਾ ਸਾਡਾ ਪੈਸਾ ਲੱਗਿਆ, ਤੁਸੀਂ ਕਲੈਰੀਫਿਕੇਸ਼ਨ ਨਹੀਂ ਦਿੱਤੀ। ਸਾਡੇ ਕੋਲ ਕਿੰਨਾ ਪੈਸਾ ਆਇਆ, ਕਿੰਨਾ ਅਸੀਂ ਖਰਚ ਕਰਨ ਦੀ ਲੋੜ ਨਹੀਂ ਸੀ ਪੈਣੀ। ਅੱਜ ਤੁਸੀਂ ਦੱਸੀ ਨਹੀਂ ਇਹ ਗੱਲ ਕਿਸੇ ਨੂੰ ਅੱਜ ਤੱਕ। ਇਹ ਆਪਣਾ ਸੋਸਾਇਟੀ ਦਾ ਕੀ ਨਾਮ ਕੀ ਆਪਣੀ? ਹਾਂਜੀ, ਸੋਸਾਇਟੀ ਦਾ ਨਾਮ ਕੀ ਆਪਣਾ? ਕੋਵਿਡ ਕੇਅਰ ਸੈਂਟਰ ਜੀ, ਬਠਿੰਡਾ ਕੋਵਿਡ ਕੇਅਰ ਸੈਂਟਰ ਸੁਸਾਇਟੀ ਪੂਰਾ ਜੀ। ਤੇ ਬਾਅਦ ਵਿੱਚ ਇਹਦਾ ਨਾਮ ਚੇਂਜ ਕਿਉਂ ਹੋ ਗਿਆ? ਬਠਿੰਡਾ ਕੇਅਰ ਕਿਉਂ ਹੋ ਗਿਆ? ਹੈ ਜੀ, ਉਹ ਇੱਕ ਅਲੱਗ ਸੀ। ਇਹ ਅਕਾਊਂਟ ਬੰਦ ਹੋ ਗਿਆ ਸੀਗਾ। ਇਹ ਅਕਾਊਂਟ ਬੰਦ ਹੋ ਗਿਆ ਸੀ ਤਾਂ ਉਦੋਂ ਜਦੋਂ ਡੇਂਗੀ ਸੈਂਟਰ ਚਲਾਇਆ, ਉਦੋਂ ਬਠਿੰਡਾ ਕੇਅਰ ਸੈਂਟਰ ਬਣਿਆ ਸੀ। ਇਹ ਕਿਉਂ ਬੰਦ ਹੋ ਗਿਆ? ਇਹ ਅਕਾਊਂਟ ਬੰਦ ਕਰਦਾ ਸੀ ਇਹਦਾ। ਅਸੀਂ ਕਿਹਾ ਕੋਈ ਡੇਂਗੂ ਖਤਮ ਹੋ ਗਿਆ, ਕੋਵਿਡ ਖਤਮ ਹੋ ਗਿਆ, ਇਸ ਕਰਕੇ ਅਕਾਊਂਟ ਬੰਦ ਹੋ ਗਿਆ ਸੀ। ਜੋ ਆਪਣਾ ਕੋਵਿਡ ਖਤਮ ਹੋ ਗਿਆ ਤਾਂ ਫਿਰ ਫੰਡ ਕਾਹਦੇ ਵਾਸਤੇ ਆਏ? ਫਿਰ ਉਹ ਡੇਂਗੂ ਸੈਂਟਰ ਵਾਸਤੇ ਡੇਂਗੂ ਸੈਂਟਰ ਖੋਲ੍ਹਤਾ ਸੀ ਨਾ। ਅੱਛਾ, ਬਠਿੰਡਾ ਕੇਅਰ ਮੈਰੀਟੋਰੀਜ਼ ਤੋਂ ਬਾਅਦ ਸਰ ਉਹਦੇ ਤੇ ਉਧਰ ਆ DDRC ਸੈਂਟਰ, DDRC ਡੇਂਗੂ ਸੈਂਟਰ ਉਹਦੇ ਪ੍ਰਧਾਨ ਕੌਣ ਨੇ ਬਠਿੰਡਾ ਕੇਅਰ ਦੇ? ਉਹਦੇ ਵੀ ਉਹੀ ਸੀ। ਅੱਛਾ, ਕਮੇਟੀ ਸਾਰੀ ਹੋਈ ਹੈ। ਕੁਝ ਪੁੱਛਣਾ ਕਿਸੇ ਨੇ ਵੀਰ ਨੇ? ਉਹਦਾ ਜਵਾਬ ਮਿਲਿਆ ਨਹੀਂ ਜਿਹੜਾ ਮੈਂ ਸਵਾਲ ਕੀਤਾ ਸੀ ਵੀ ਜਨਤਾ ਦੇ ਸਹਿਯੋਗ ਨਾਲ ਤੁਸੀਂ ਕਹਿ ਰਹੇ ਸੀ ਨਾ ਵੀ ਅਸੀਂ ਇਹ ਚਲਾਈ ਸੀ। ਅੱਜ ਆਪਾਂ ਨੂੰ ਲੋੜ ਪਈ ਇਹ ਸਾਰੀ ਗੱਲ ਕਲੀਅਰ ਕਰਨ ਦੀ। ਜੇ ਆਪਾਂ ਉਦੋਂ ਹੀ ਸਾਰੀ ਗੱਲ ਕਲੀਅਰ ਕਰਨੇ ਵੀ ਤੁਹਾਡੇ ਸਹਿਯੋਗ ਨਾਲ ਅਸੀਂ ਆਹ ਸੰਸਥਾ ਚਲਾਈ ਸੀ, ਆਹ ਸਾਡੇ ਕੋਲ ਸਮਾਨ ਆਇਆ ਸੀ, ਆਹ ਸਾਡੇ ਕੋਲ ਪੈਸਾ ਆਇਆ ਸੀ, ਲਓ ਮਹਾਰਾਜ ਆਹ ਤੁਹਾਡੇ ਸਾਹਮਣੇ ਅਸੀਂ ਸਾਰੀ ਚੀਜ਼ ਰੱਖ, ਤਾਂ ਸ਼ਾਇਦ ਅੱਜ ਤੁਹਾਨੂੰ ਇਹ ਪ੍ਰੈਸ ਕਾਨਫਰੰਸ ਕਰਨ ਦੀ ਲੋੜ ਨਾ ਪਵੇ।
ਚਲੋ ਤੁਸੀਂ ਕਹਿ ਰਹੇ ਹੋ ਕੀ ਕਹਿ ਰਹੇ ਹੋ ਤੁਹਾਡਾ ਆਈਡੀਆ ਵਧੀਆ ਹੈ, ਠੀਕ ਹੈ, ਆਈਡੀਆ ਹੈ, ਠੀਕ ਹੈ, ਤੁਹਾਡਾ ਆਈਡੀਆ ਅੱਗੇ ਨਾ ਬੰਦਾ ਕਰਕੇ ਸਿੱਖਦਾ ਆਪਾਂ ਇੰਪਲੀਮੈਂਟ ਕਰਾਂਗੇ। ਨਹੀਂ ਉਹ ਤਾਂ ਠੀਕ ਹਰ ਬੰਦਾ ਕੰਪਿਊਟਰ ਨਹੀਂ ਹੁੰਦਾ ਨਾ, ਤੁਹਾਡਾ ਆਈਡੀਆ ਵਧੀਆ ਹੈ, ਤੁਸੀਂ ਠੀਕ ਕਹਿ ਰਹੇ ਹੋ, ਉਦੋਂ ਹੀ ਕਰਨਾ ਚਾਹੀਦਾ ਸੀ। ਕ੍ਰੋਸ ਕਰਾਂ ਤਾਂ ਫਿਰ ਰਿਵਰਟ ਆਈਡੀਆ ਨਹੀਂ ਹੈਗਾ ਡਾਕਟਰ ਸਾਹਿਬ। ਸਵਾਲ ਵੀ ਪ੍ਰੈਸ ਨੇ ਨਹੀਂ ਚੁੱਕਿਆ ਸੀ, ਸਵਾਲ ਵੀ ਤੁਹਾਡੇ ਸਾਥੀਆਂ ਨੇ ਚੁੱਕਿਆ ਸੀ। ਉਦੋਂ ਕ੍ਰਾਈਸਿਸ ਸੀ ਨਾ ਜੀ, ਉਦੋਂ ਬੰਦੇ ਮਰ ਰਹੇ ਸੀ। ਅੱਛਾ ਕੋਈ ਜਦੋਂ ਚੰਗਾ ਕੰਮ ਹੁੰਦਾ ਹੈ, ਪਹਿਲੀ ਵਾਰੀ ਹੁੰਦਾ ਹੈ, ਤਾਂ 2-4 ਤੱਤ ਖਿੱਚਣ ਵਾਲੇ ਵੀ ਹੁੰਦੇ ਆ। ਨੋ ਡਾਊਟ ਬਹੁਤ ਵਧੀਆ ਕੰਮ ਹੋ ਰਿਹਾ ਸੀ, ਸੈਲੂਟ ਸੀ ਸਾਰਿਆਂ ਨੂੰ। ਉਹੀ ਕਹਿ ਰਿਹਾ ਵੀ ਉਹ ਕੀ ਰੀਜ਼ਨ ਹੋ ਗਿਆ ਵੀ ਤੁਹਾਡੇ ਬੰਦੇ ਨੇ ਪਾਇਆ। ਸੇਵਾ ਕੀਤੀ, ਤੁਸੀਂ ਇੱਕ ਚੀਜ਼ ਦੇਖੋ ਵੀ ਦਵਾਈਆਂ ਫ੍ਰੀ ਦਿੱਤੀਆਂ, ਉੱਤੇ ਮੇਰਾ ਉਹਨਾਂ ਨੇ ਥੈਂਕਸ ਕਰਤਾ ਤੇ ਜ਼ਰੂਰੀ ਉਹਨਾਂ ਨੇ ਫੇਸਬੁੱਕ ਤੇ ਪੋਸਟ ਵੀ ਕਰਤੀ ਵੀ ਸੰਦੀਪ ਗਰਗ ਉਹਨਾਂ ਦੀਆਂ ਮੈਡੀਸਨ ਫ੍ਰੀ ਆਈਆਂ, ਜਾਂ ਕਿਸੇ ਨੇ ਏਸੀ ਡੋਨੇਟ ਕੀਤਾ ਜਾਂ ਕੁਝ ਵੀ, ਉਦੋਂ ਉੱਤੇ ਉਹਨਾਂ ਦਾ ਤਾੜੀਆਂ ਵੀ ਵਜਾਈਆਂ, ਫੇਸਬੁੱਕ ਤੇ ਪੋਸਟ ਵੀ ਪਾਈ। ਉਸ ਟਾਈਮ ਉਹਨਾਂ ਦਾ ਸਤਿਕਾਰ ਉਹਨਾਂ ਨੂੰ ਦਿੱਤਾ। ਬਾਅਦ ਵਿੱਚੋਂ ਨਹੀਂ ਹੋਇਆ, ਚਲੋ ਤੁਸੀਂ ਇਹ ਦੇਖੋ ਨਾ ਜੀ, ਇੱਕ ਬੰਦੇ ਨੇ ਪਾਇਆ, 100 ਬੰਦਿਆਂ ਨੇ ਕਿਉਂ ਨਹੀਂ ਪਾਇਆ? ਹੋ ਸਕਦਾ ਕੋਈ ਪਰਸਨਲ ਕੋਈ ਪ੍ਰੋਬਲਮ ਹੋਵੇ, ਹੋ ਸਕਦਾ ਹੈ। ਕਈ ਕਹਿਣ ਦੀ ਕੋਸ਼ਿਸ਼ ਕਰ ਰਹੇ ਨਾ, ਬਾਕੀਆਂ ਹੀ ਨਹੀਂ ਪਾਇਆ, ਬਾਕੀਆਂ ਹੀ ਨਹੀਂ ਪਾਇਆ 100 ਬੰਦਿਆਂ ਨੇ। ਇੱਕ ਮਿੰਟ 300 ਓਪੀਡੀ ਹੈ, ਠੀਕ ਹੈ ਨਾ, ਬਾਕੀ ਇੰਨੇ ਪੇਸ਼ੈਂਟ ਹੈ, ਕਿਤੇ ਪੇਸ਼ੈਂਟ ਨੇ ਕਿਉਂ ਨਹੀਂ ਪਾਇਆ? ਮੈਂ ਸਰ ਮੈਂ ਸਾਡੇ ਨਾਲ ਮਾੜਾ ਹੋਇਆ। ਤੁਸੀਂ ਮੇਰੀ ਗੱਲ ਨੂੰ ਅੰਡਰਸਟੈਂਡ ਕਰੋ। ਮੈਂ ਇਹ ਕਹਿੰਦਾ ਤੁਹਾਡੀ ਯੂਨਿਟੀ ਹੈਗੀ ਸਾਰਿਆਂ ਦੀ, ਸਿਰਫ ਇੱਕ ਪਰਸਨ ਨੇ ਕਿਉਂ ਪਾਇਆ ਉਹਦੇ ਪਿੱਛੇ ਤਾਂ ਇਹੀ ਰੀਜ਼ਨ ਹੈ। ਉਹ ਕੋਈ ਪਰਸਨਲ ਕੁਝ ਹੋਊਗਾ, ਕੀ ਪਤਾ? ਭਾਂਡੇ ਦਾ ਚਾਰਜ ਵੀ ਖੜਕਾ ਹੋ ਜਾਂਦਾ ਜੀ, ਉਹਦੇ ਇੱਕ ਤਾਂ ਫਿਰ ਵੀ ਇੰਨੇ ਆਣੇ ਸੀਗੇ, ਦੱਸੋ ਪਤਾ ਕੀ ਹੈ? ਅਗਰ ਕੋਈ ਪੇਸ਼ੈਂਟ ਕਹਿੰਦਾ ਅੱਗੇ ਆ ਕੇ ਵੀ ਸਾਡੇ ਨਾਲ ਜੀ ਆਏ ਹੋਵੇ, ਸਾਡੇ 2 ਪੈਸੇ ਲੱਗੇ ਆ, ਤਾਂ ਗੱਲ ਬਣਦੀ ਹੈ। ਹੁਣ ਅਗਰ ਇੰਨਾ ਉੱਤੇ ਟੀਮ ਸੀ, ਅਗਰ ਇੱਕ ਬੰਦੇ ਨੇ ਕਹਿਤਾ ਤਾਂ ਉਹ ਇੰਨੀ ਮੈਟਰ ਨਹੀਂ ਕਰਦੀ। ਫਿਰ ਜਾਂ ਤਾਂ ਹੋਵੇ ਨਾ ਕਿ ਅਗਰ 500 ਬੰਦੇ ਨੇ 100 ਬੰਦਿਆਂ ਨੇ ਕਿਹਾ ਹੋਵੇ, ਫਿਰ ਤਾਂ ਮੈਟਰ ਕਰਦੀ ਹੈ। ਇੱਕ ਬੰਦੇ ਦੇ ਦਿਮਾਗ 'ਚ ਕੀ ਚੱਲ ਰਿਹਾ, ਕੋਈ ਗਰਜ ਹੈ, ਕੋਈ ਈਸ਼ਵਰ ਆਪ ਹੀ ਜਾਣਦਾ ਉਹ, ਠੀਕ ਹੈ ਨਾ? ਸਰ ਜਿੰਨਾ ਸਮਾਜ ਸੇਵੀਆਂ ਨੇ ਸਵਾਲ ਪੁੱਛਿਆ ਸੀਗਾ, ਤੁਸੀਂ ਉਹਨਾਂ ਨੇ ਕਦੀ ਫੋਨ ਤੇ ਗੱਲ ਜਾਂ ਆਪਸ ਵਿੱਚ ਪਰਸਨਲ ਗੱਲ ਨਹੀਂ, ਹਸਤਾ ਇਹ ਡਾਕਟਰ ਸੀ ਜੀ, ਹਸਤਾ ਉੱਤੇ ਸਭ ਕੁਝ। ਇਹ ਮੇਰੀ ਗੱਲ ਹੋਈ ਹੈ ਜੀ, ਮੈਂ ਤੁਹਾਨੂੰ ਕਲੀਅਰ ਕਰਦਾ ਹੈ, ਗੱਲ ਹੋਈ ਹੈ ਉਹਨਾਂ ਨਾਲ ਮੇਰੀ। ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਤੁਸੀਂ ਪੋਸਟ ਪਾਈ ਹੈ, ਕਹਿੰਦਾ ਜੀ ਹਾਂ ਸਮਾਨ ਦਾ ਪਤਾ ਕਰਨਾ ਸੀ ਵੀ ਸਮਾਨ ਕਿੱਥੇ ਪਿਆ, ਕਈ ਵਾਰ ਲੋੜ ਪੈਂਦੀ ਹੈ ਤਾਂ ਆਪਾਂ ਕਿਸੇ ਨੂੰ ਕਿਤੋਂ ਚੱਕ ਕੇ ਦੇ ਦਿੱਤਾ। ਉਹ ਦੱਸਦਾ ਸੀਗਾ ਕਿ ਇਸ ਟਾਈਮ ਸਾਡੇ ਕੋਲ ਜਿਹੜੇ ਕੋਵਿਡ ਸੈਂਟਰ ਕੋਲੇ ਹੈਗਾ ਵੀ ਫਲਾਣੇ ਥਾਂ ਤੇ ਆ ਸਮਾਨ ਪਿਆ, ਜੇਕਰ ਕਿਸੇ ਨੂੰ ਜ਼ਰੂਰਤ ਹੈ, ਜਿਵੇਂ ਨੂੰ ਬੈੱਡ ਪਏ ਹੈ, ਮੰਨ ਲਓ ਬੈੱਡ ਹੈ ਕਿਸੇ ਨੂੰ, ਉਹ ਸੁਸਾਇਟੀ ਕੋਲ ਪਏ ਆ, ਹੁਣ ਵੀ ਸਰ ਕਿਸੇ ਦੀ ਲੱਤ ਟੁੱਟ ਜਾਂਦੀ ਹੈ, ਕਿਸੇ ਦਾ ਪੱਟ ਟੁੱਟ ਜਾਂਦਾ, ਕਿਸੇ ਦਾ ਚੂਲਾ ਟੁੱਟ ਜਾਂਦਾ, ਤਾਂ ਸਾਨੂੰ ਫੋਨ ਆਉਂਦਾ ਜੀ ਇੱਕ ਬੈੱਡ ਦਿਓ ਜੀ। ਆਪਣੇ ਹੀ ਪੱਤਰਕਾਰ ਭਰਾ ਦੇ ਵਿੱਚੋਂ ਫੋਨ ਆਉਂਦੇ ਕਿ ਸਾਨੂੰ ਤਾਂ ਬੈੱਡ ਦੇ ਦਿਓ ਜੀ, 12 ਕੰਸੈਂਟਰੇਟਰ ਉਹਦੀ ਮਾਰਫਤ ਗਏ ਵੀ ਹੋਏ ਅੱਜ ਵੀ 12 ਕੰਸੈਂਟਰੇਟਰ ਗਏ ਹੋਏ। ਉਹਨਾਂ ਨੇ ਇਹ ਗੱਲ, ਅਸੀਂ ਇਸ ਗੱਲ ਨੂੰ ਡਿਨਾਈ ਨਹੀਂ ਕਰਦੇ ਕਿ ਉਹਨਾਂ ਨੇ ਸਾਡੇ ਕੋਲ ਗਲਤ ਬੋਲਿਆ। ਉਹਨਾਂ ਨੇ ਜੋ ਉਸ ਤੇ ਪਾਇਆ, ਆਪਦੇ ਵਰਸ਼ਨ ਪਾਇਆ, ਉਹ ਬਿਲਕੁਲ ਸਹੀ ਪਾਇਆ, ਉਹ ਪਾ ਸਕਦਾ ਵੀ ਉਹਦੇ ਤੇ ਲਿਖ ਕੇ ਪਾਇਆ ਉਹਨਾਂ ਨੇ ਕਿ ਇਹ ਸਮਾਨ ਕਿੱਥੇ ਗਿਆ ਜਾਂ ਸਮਾਨ ਦੀ ਉਹ ਹੋਣੀ ਚਾਹੀਦੀ ਹੈ, ਤਾਂ ਕਲੈਰੀਫਿਕੇਸ਼ਨ ਦੇ ਰਹੇ ਜੀ। ਹਾਂ, ਜਿਹੜੀ ਗੱਲ ਸਰਦਾਰ ਸਾਹਿਬ ਨੇ ਬਿਲਕੁਲ ਅੱਛੀ ਗੱਲ ਕਹੀ ਹੈ ਕਿ ਡਿਗ ਸਵਾਰ ਹੁੰਦੇ ਆ ਆਪਾਂ, ਠੀਕ ਹੈ, ਉਸ ਤੋਂ ਕੁਝ ਸਿੱਖ ਕੇ, ਇਸ ਤੋਂ ਕੁਝ ਸਿੱਖ ਕੇ ਉਹਨਾਂ ਤੋਂ ਕੁਝ ਹੋਰ ਸਿੱਖਾਂਗੇ, ਸਮਾਜ ਸੇਵਾ ਚੱਲਦੀ ਰਹੂਗੀ। ਸੋ ਤੁਸੀਂ ਜੋ ਗੱਲ ਕੀਤੀ ਉਹਨਾਂ ਨਾਲ ਪਰਸਨਲੀ ਉਹ ਸੈਟੀਸਫਾਈ ਹੋਏ ਕਿ ਨਹੀਂ ਹੋਏ? ਨਹੀਂ ਸੈਟੀਸਫਾਈ ਸਰ ਅਸੀਂ ਤਾਂ ਆਪਣੇ ਵੱਲੋਂ ਕਰਾ ਸਕਦੇ ਹਾਂ, ਹੁਣ ਉਹਦੇ ਮਨ 'ਚ ਕੀ ਚੱਲਦਾ ਕੁਝ ਨਹੀਂ ਨਾ ਕਹਿ ਸਕਦੇ ਕਿਸੇ ਨੂੰ। ਉਹ ਵੀ ਸਾਡੇ ਭਾਈ ਆ, ਕੋਈ ਗੱਲ ਨਹੀਂ, ਅਸੀਂ ਚਾਹੁੰਦੇ ਪ੍ਰਮਾਤਮਾ ਕਰੇ ਉਹਨਾਂ ਨੂੰ ਵੀ ਸਤਬੁੱਧੀ ਦੇਵੇ। ਗੱਲ ਇਹ ਹੈ ਫਾਦੀ ਸਾਹਿਬ ਵੀ ਜਿਹੜੀ ਤੁਸੀਂ ਕੋਵਿਡ ਤੇ ਲੋਕਾਂ ਨੂੰ ਸੇਵਾਵਾਂ ਦਿੰਦੇ, ਸਵਾਲ ਉਸ ਤੇ ਤਾਂ ਹੈ ਨਹੀਂ, ਉਸ ਤੇ ਤਾਂ ਕਿਸੇ ਨੂੰ ਡਾਊਟ ਹੈ ਹੀ ਨਹੀਂ। ਬਿਲਕੁਲ ਸਰ, ਗੱਲ ਤਾਂ ਫੰਡ ਦੀ ਹੈ ਵੀ ਉਹਦੀ ਤੁਸੀਂ ਪ੍ਰੋਪਰ ਟ੍ਰਾਂਸਪੇਰੈਂਸੀ ਰੱਖੀ ਹੈ। ਬਿਲਕੁਲ ਸਰ, 1-1 ਰੁਪਏ ਦੀ ਟ੍ਰਾਂਸਪੇਰੈਂਸੀ ਹੈ ਇੱਕ ਸਰ ਕਿਉਂ ਆਇਆ ਜੀ? ਉਹਦੀ ਕਾਪੀ ਕਹੋ ਸਰ, ਆਪਾਂ ਕਾਪੀ ਵੀ ਦੇ ਦਿੰਦੇ ਹਾਂ ਜੀ। ਇੱਕ ਚੀਜ਼ ਦੀ ਸਰ ਕਲੈਰੀਫਿਕੇਸ਼ਨ ਹੈ। ਮੇਰੀ ਉਦੋਂ ਪ੍ਰੈਸ ਨੋਟ ਵੀ ਜਾਰੀ ਹੁੰਦੇ ਰਹੇ ਨੇ ਕੋਵਿਡ ਦੇ ਵਿੱਚ ਕਿ ਆਹ ਬੰਦੇ ਸੇਵਾ ਕਰਦੇ ਨੇ। ਡਾਕਟਰ ਸਾਹਿਬਾਨਾਂ ਦਾ ਵੀ ਉਹਨਾਂ 'ਚ ਨਾਮ ਆਉਂਦਾ ਸੀਗਾ ਵੀ ਇਹ ਡਾਕਟਰ ਸਾਹਿਬਾਨ ਜਿਹੜੇ ਨੇ ਸੇਵਾ ਕਰ ਰਹੇ ਨੇ। ਲੇਕਿਨ ਜੇ ਉਹ ਸੇਵਾ ਕਰ ਰਹੇ ਸੀਗੇ ਤਾਂ ਫਿਰ ਮਾਣ ਭੱਤਾ ਕਿਸ ਗੱਲ ਦਾ? ਸਾਨੂੰ ਨਹੀਂ ਮਿਲਿਆ ਇਹਨਾਂ ਨੂੰ ਨਹੀਂ ਨਾ ਦਿੱਤਾ। ਜਿਹੜੇ ਡਾਕਟਰ ਆਪਾਂ ਪਰਮਾਨੈਂਟ ਉੱਥੇ ਰੱਖੇ ਸੀਗੇ, ਜਿਹੜਾ ਨਰਸਿੰਗ ਸਟਾਫ ਰੱਖਿਆ ਸੀ, ਜਿਹੜੇ ਸਫਾਈ ਕਰਮਚਾਰੀ ਰੱਖੇ ਸੀ, ਉਹ ਤਾਂ ਪੈਸੇ ਲੈਣਗੇ ਨਾ ਜੀ। ਉਹਨਾਂ ਨੇ ਤਾਂ ਲੈਣਾ ਸੀ ਨਾ ਜੀ। ਉਹ ਥੋੜੀ ਸੀਗੇ, ਹੁਣ ਉਹ ਵੋਲੰਟਰੀ ਸਰਵਿਸ ਵਾਸਤੇ ਥੋੜੀ ਆਏ ਸੀ। ਉਹਨਾਂ ਨੂੰ ਬਕਾਇਦਾ ਹਾਇਰ ਕੀਤਾ ਗਿਆ ਸੀਗਾ। ਡੀਸੀ ਸਾਹਿਬ, ਤਹਿਸੀਲਦਾਰ ਸਾਹਿਬ ਤੇ ਸੀਐਮਓ ਸਾਹਿਬ ਨੇ ਉਹਨਾਂ ਦੀ ਇੰਟਰਵਿਊ ਲਿੱਤੀਆਂ ਨੇ। ਉਹਨਾਂ ਨੇ ਉਹਨਾਂ ਦਾ ਜਿਹੜਾ ਮਾਣ ਪੱਤਾ ਉਹ ਮੁਕਰਰ ਕੀਤਾ, ਉਸ ਤੋਂ ਬਾਅਦ ਉਹਨਾਂ ਨੂੰ ਦਿੱਤਾ ਗਿਆ। ਸਰ ਸਰਵਿਸ ਦਾ ਪ੍ਰੋਪਰ ਟਾਈਮ ਪਤਾ ਕਿੰਨਾ ਟਾਈਮ ਚੱਲੀ? 2.5 ਤੋਂ 3 ਮਹੀਨੇ ਚੱਲਿਆ ਤਕਰੀਬਨ। ਜਿਹੜਾ ਮਾਨ ਪੱਤਰ ਵਗੈਰਾ ਨੂੰ ਦਿੱਤਾ, ਉਹ ਜਿਹੜਾ ਉਹਦਾ ਡਿਸਾਈਡ ਕੀਤਾ ਵੀ ਕਿੰਨਾ ਦਿਨ ਹੈ ਜੀ ਜੀ, ਉਹ ਮਤਲਬ ਕਿ ਜਿਹੜੇ ਉਸ ਵੇਲੇ ਨੋਡਲ ਅਫਸਰ ਸਰਕਾਰੀ ਅਫਸਰ ਉਹਨਾਂ ਨੇ ਜੀ ਜੀ ਜੀ, ਨੋਡਲ ਅਫਸਰ ਉਹਨਾਂ ਨੇ ਸਾਰੇ ਪ੍ਰੋਪਰ ਡਾਕੂਮੈਂਟਸ ਉਹਨਾਂ ਵਗੈਰਾ ਹੈ? ਹਾਂਜੀ ਹਾਂਜੀ। ਚਲੋ ਪੈਸੇ ਤੋਂ ਕੋਈ ਮੰਗ ਰਹੇ ਜਦੋਂ ਕਾਫੀ ਸਰ ਉਹ ਤਾਂ ਅਸੀਂ ਕੋਈ ਗੱਲ ਜਵਾਬ ਨਹੀਂ ਦਿੰਦੇ ਆ ਜੀ। ਜਦੋਂ ਉਹਨਾਂ ਦੇ ਲਾਏ ਹੋਏ ਬੰਦੇ ਸਰਕਾਰੀ ਬੰਦੇ ਤਾਂ ਹੁਣ ਦੇਖੋ ਸਵਾਲ ਹੁਣੇ ਉੱਠਿਆ ਤਾਂ ਹੀ। ਜੇ ਤਨਖਾਹ ਨਹੀਂ ਦੇ ਸਕਦੇ ਤਾਂ ਉਹਨਾਂ ਨੂੰ ਘੱਟੋ ਘੱਟ ਤੁਹਾਨੂੰ ਨਹੀਂ ਪਤਾ, ਉਹਨਾਂ ਨੂੰ ਤਾਂ ਪਤਾ ਹੋਊਗਾ ਕਿ ਅਸੀਂ ਇਹ ਕੰਮ ਨਹੀਂ ਕਰ ਸਕਦੇ। ਤਾਂ ਹੀ ਉਹਨਾਂ ਨੇ ਨਾ, ਮੈਂ ਦੱਸਦਾ ਜੀ, ਸਰ ਮਾਨਯੋਗ ਉਹਨਾਂ ਨੇ ਜਿਹੜਾ ਵਰਡ ਯੂਜ਼ ਕੀਤਾ ਨਾ, ਯਾਰ ਡੀਸੀ ਸਾਹਿਬ ਚੇਂਜ ਹੋ ਗਏ, ਡੀਸੀ ਸਾਹਿਬ ਚੇਂਜ ਨਹੀਂ ਵਿਨੋਦ ਜੀ, ਡੀਸੀ ਸਾਹਿਬ ਜਿਹੜਾ ਤੁਹਾਨੂੰ ਲੈਟਰ ਆਇਆ, ਹੋ ਸਕਦਾ ਕੱਲ ਨੂੰ ਇਹ ਡੀਸੀ ਸਾਹਿਬ ਚੇਂਜ ਹੋ ਗਏ, ਲੈਟਰ ਦਾ ਕੀ ਜਾਂਦਾ? ਵਿਨੋਦ ਜੀ ਉਹਨਾਂ ਨੇ ਵਰਡ ਯੂਜ਼ ਕੀਤਾ ਸੀ ਆਨਰੇਰੀਅਮ, ਤਾਂ ਹੀ ਉਹਦੇ 'ਚ ਉਹਨਾਂ ਵਰਡ ਆਨਰੇਰੀਅਮ ਯੂਜ਼ ਕੀਤਾ ਗਿਆ। ਤਾਂ ਹੀ ਇਹ ਵਰਡ ਆਪਾਂ ਮਾਣ ਭੱਤਾ ਜਿਹੜਾ ਕਹਿ ਰਹੇ ਉਹ ਆਨਰੇਰੀਅਮ ਵਰਡ ਤੇ ਉੱਤੋਂ ਬਣਿਆ ਉਹ। ਤੇ ਉਹ ਕਹਿੰਦੇ ਇਹ ਚੀਜ਼ ਆਪਾਂ ਦੇ ਸਕਦੇ ਆ।
ਇਸ ਕਰਕੇ ਉਹ ਆਨ ਰੇਡੀਓ ਮਿਲਿਆ ਆ ਜੀ ਆਪਣਾ 15 ਅਗਸਤ ਕਰਕੇ ਡਿਲੇ ਹੋਇਆ ਵੈ ਸੀ, ਉਹਨਾਂ ਨੇ ਕਿਹਾ ਸੀ 17-18 ਨੂੰ ਆ ਕੇ ਦੇ ਦਿਓ। ਅਸੀਂ ਬਸ ਅੱਜ ਤੁਹਾਡੇ ਨਾਲ ਹੋਗੇ, ਕੱਲ ਉਧਰ ਜਾ ਕੇ ਉਹਨਾਂ ਨੂੰ ਰਿਪਲਾਈ ਦੇ ਆਓ। ਸਰ ਦੇਖੋ, ਜਿਹੜੀ ਤਾਂ ਇੱਕ ਰੋਸਟਰ ਬਣਦਾ ਹੁੰਦਾ ਸੀਗਾ ਜੀ, ਉਹਦੇ ਜਿਹੜੀਆਂ ਜਿਨ੍ਹਾਂ ਦੀ ਤਾਂ 24/7 ਸਰ ਚੱਲਦੀ ਸੀਗੀ, ਉਹ ਤਾਂ ਤਕਰੀਬਨ ਮੰਨ ਕੇ ਚੱਲੋ